डीजीपी साहब सब तो पहला आप जी का हार्दिक स्वागत वेलकम कबूल करो। थैंक यू वेरी मच पासी साहब, बहुत बहुत शुक्रिया। ਅਸੀਂ ਚਾਹਾਂਗੇ ਕਿ ਥੋੜੇ ਜਿਹੇ ਲੋਕਾਂ ਨੂੰ ਬਰੀਫ ਕਰੀਏ, ਉਸ ਤੋਂ ਬਾਅਦ ਕਾਲਰ ਸਾਡੇ ਜੁੜ ਚੁੱਕੇ ਨੇ ਆਪ ਜੀ ਦੇ ਨਾਲ ਦੁੱਖ ਸਾਂਝੇ ਕਰਨ ਦੇ ਵਾਸਤੇ। ਹੈਲਪਲਾਈਨ ਕਿਵੇਂ ਕਿਸ ਤਰ੍ਹਾਂ ਕੰਮ ਕਰਦੀ ਹੈ ਕੈਨੇਡਾ ਵਾਸਤੇ ਲੋਕਾਂ ਵਾਸਤੇ ਅਸੀਂ ਬਰੀਫ ਦੇਣੀ ਚਾਹਾਂਗੇ ਕਿ ਬਹੁਤ ਵੱਡੀ ਗਿਣਤੀ ਵਿੱਚ ਲੋਕ ਜੁੜੇ ਨੇ ਇਸ ਚੈਨਲ ਦੇ ਨਾਲ। ਫਿਰ ਦੁਬਾਰਾ देखो, हेल्पलाइन एक जरिया है जिंदे राही तुसी अपनी नंबर 1 कंप्लेंट जिहड़ी बड़ी डिटेल्ड होएगी वो तुसी कंप्लेंट देने हो। वो कंप्लेंट थ्रू साडा जिहड़ा NRI चैनल हुंदा है कि NRI पुलिस स्टेशन या किसी DSP किसी नूं भी वो इनकुआरी लई मार्क हुंदी है। वो उस इनकुआरी दे विच उस दी पड़ताल करके आप जी ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੀ ਕਾਰਵਾਈ ਉਸ ਤੁਹਾਡੀ ਕੰਪਲੇਂਟ ਤੇ ਕੀਤੀ ਗਈ ਹੈ। ਡੀਜੀਪੀ ਸਾਹਿਬ, ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ NRI ਡਿਪਾਰਟਮੈਂਟ ਦਾ ਕੇਂਦਰ ਹੈ ਔਰ ਜਾਂ ਫਿਰ ਕੁਝ ਐਸੇ ਜ਼ਿਲ੍ਹੇ ਨੇ ਜਿੱਥੇ ਨਹੀਂ ਹੈ? जी हाँ, ਹੁਣ ਸਾਰੇ ਜ਼ਿਲ੍ਹਿਆਂ 'ਚ जी। मैं आगे लेनी चाहूँगा आप तो, और साढ़े पास टैलीफोन लाइन्स बुक कर ली ने साढ़े परिवार ने आगे दिती जाए कुछ परिवार आप जी नाल मुखातब हो सकन। प्लीज कैरी ऑन। नंबर 3 कॉलर अपने नंबर 3 कॉलर तुसी लाइन ते हो, मैनू ना लिख के दे दो अपने गुरप्रीत जी। अपने सिंदर जी डीजीपी साहब लाइन ते ने, तुहाडी एक समस्या की है? कैरी ऑन। हाँ जी वीर जी, सत श्री अकाल वीर जी होना नू, DSP साहब नू, डिप्टी साहब ने DGP साहब। हाँ जी प्लीज। हाँ जी साहब, सॉरी वीर जी। हाँ जी, कोई गल नहीं जी। हाँ जी वीर जी, मेरी समस्या ये हैगी आ कि साडी जमीन उत्थे हैगी आ इंडिया दे विच ते 7 मरले थां आ ते जेड़ा उत्थे रह रहे ने वो साडी जमीन ते कब्जा कर रहा आ मुंडा। उहने इट्टा मतलब सटा के ते वो कंधा कुंधा पाउण दी, पर कुड़ी राती गई आ ते उहने ओहदा थां ढवा तां दित्ता हैगा, पर कहंदी मैनू बहुत गालां गुलां ने कड्डियां ते बहुत मेरी बेइज्जती कीती हैगी उस मुंडे ने। नहीं, वो मुंडा ਤੁਹਾਡੇ ਨਾਲ कोई रिलेशन विच है या हाँ जी, मेरे ਅਸੀਂ ਤਾਂ ਇੱਥੇ ਸੀ, ਮੇਰੇ ਹਸਬੰਦ ਦੀ ਡੈਥ ਹੋ ਗਈ। ਉਹ ਮੇਰੇ ਹਸਬੰਦ ਦੇ ਮਾਮੇ ਦਾ ਪੋਤਾ ਆ, ਉਹ ਜਿਹੜਾ ਕਿ ਸਾਡੇ ਪਹਿਲਾਂ ਘਰ ਵਿੱਚ ਰਹਿ ਰਹੇ ਸੀ, ਉਹਨਾਂ ਨੇ ਸਾਡਾ ਘਰ ਵੀ ਜ਼ਬਤ ਕਰ ਲਿਆ। ਹੁਣ ਇਹ ਥਾਂ ਹੀ ਇੰਨਾ ਰਹਿੰਦਾ ਸੀ, ਮੈਂ ਕਿਹਾ ਸੋਚਿਆ ਸੀ, ਮੈਂ ਕਿਹਾ ਮੈਂ ਉੱਥੇ ਜਾ ਕੇ ਜਾਊਂਗੀ ਤੇ ਆਪਣਾ ਮਕਾਨ ਛੱਤ ਲਵਾਂਗੀ, ਜਿਹੜਾ ਥਾਂ ਥੋੜਾ ਜਿਹਾ ਹੈਗਾ ਆ ਆਪਣੇ ਰਹਿਣ ਵਾਸਤੇ। ਸਾਡੇ ਦੇ ਕੋਈ ਜਗ੍ਹਾ ਵੀ ਨਹੀਂ ਹੈ ਰਹਿਣ ਵਾਸਤੇ ਜੇ ਅਸੀਂ ਜਾਈਏ ਤੇ ਇੰਡੀਆ ਵਿੱਚ। ठीक है, ਤੁਹਾਨੂੰ ਇੱਕ ਫਾਰਮਲ ਕੰਪਲੇਂਟ ਲੌਂਚ ਕਰਨੀ ਚਾਹੀਦੀ ਹੈ ਜਿੰਦੇ ਵਿੱਚ ਤੁਸੀਂ ਇਹ ਸਾਰੇ ਫੈਕਟਸ ਦੱਸੋ, ਔਰ ਉਸ ਤੋਂ ਇਲਾਵਾ ਤੁਹਾਡਾ ਇੰਡੀਆ ਦੇ ਵਿੱਚ ਕੌਣ ਨੁਮਾਇੰਦਾ ਹੈ ਜਿਹੜਾ ਇਸ ਕੇਸ ਦੀ ਪੈਰਵੀ ਕਰ ਸਕਦਾ ਹੈ, ਉਹ ਤੁਸੀਂ ਕਾਈਂਡਲੀ ਸਾਨੂੰ ਈਮੇਲ ਦੇ ਜ਼ਰੀਏ ਕੰਪਲੇਂਟ ਭੇਜੋ। ਸਿੰਦਰ ਜੀ, ਸਾਨੂੰ ਤਾਲਮੇਲ ਕਰਨ ਲਈ ਸਾਡੀ ਮਦਦ ਕਰਾਂਗੇ ਈਮੇਲ ਕਿਵੇਂ ਕਰਨੀ ਹੈ, ਔਰ ਤੁਸੀਂ ਸਾਨੂੰ ਬਾਅਦ ਵਿੱਚ ਕਾਲ ਕਰਨਾ ਸ਼ਾਮ ਦੇ 6 ਵਜੇ ਤੋਂ ਬਾਅਦ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਸਾਡੀ ਨੰਬਰ 4 ਲਾਈਨ ਦੇ ਉੱਪਰ ਹਾਜ਼ਰ ਨੇ ਕੁਲਵਿੰਦਰ ਕੌਰ, ਤੁਸੀਂ ਲਾਈਨ ਤੇ ਹੋ ਜੀ। ਹਾਂਜੀ, ਗੁੱਡ ਮਾਰਨਿੰਗ ਸਰ। ਮਾਰਨਿੰਗ। ਹਾਂਜੀ ਸਰ, ਮੇਰੇ DGP ਸਾਹਿਬ ਨੂੰ ਮੇਰੀ ਰਿਕੁਐਸਟ ਹੈ ਕਿ ਮੈਂ ਲੁਧਿਆਣੇ ਜ਼ਿਲ੍ਹੇ ਤੋਂ ਰਹਿਣ ਵਾਲੀ ਹਾਂ। ਮੇਰੇ ਫਾਦਰ ਦੀ ਜ਼ਮੀਨ ਉੱਥੇ ਹੈ ਜਿਹਦੇ ਵਿੱਚ ਮੈਂ ਸ਼ੇਅਰ ਹੋਲਡਰ ਹਾਂ। ਮੇਰਾ ਬ੍ਰਦਰ ਬਿਨਾਂ ਪੁੱਛਿਆ ਹੀ ਸਾਰੀ ਜ਼ਮੀਨ ਵੇਚੀ ਜਾ ਰਿਹਾ ਤੇ ਕੁਛ ਨਹੀਂ ਦੱਸ ਰਿਹਾ। ਮੈਂ ਕਦੀ ਵੀ ਕੋਈ ਡਾਕੂਮੈਂਟ ਸਾਈਨ ਕਰਕੇ ਨਹੀਂ ਦਿੱਤੇ, ਉਹਨੂੰ ਅਥਾਰਟੀ ਨਹੀਂ ਦਿੱਤੀ ਵੀ ਤੂੰ ਵੇਚ ਦੇ, ਬਟ ਉਹ ਵੇਚ ਕੇ ਸਭ ਕੁਝ ਰੱਖੀ ਜਾ ਰਿਹਾ ਕੋਲ। ਮੇਰੇ ਫਾਦਰ ਤੋਂ ਵੀ ਉਹਨੇ ਫੋਰਸਫੁਲੀ ਪਾਵਰ ਆਫ ਅਟਾਰਨੀ ਲੈ ਲਈ ਹੈ। ਕੁਛ ਨਹੀਂ ਦੱਸ ਰਿਹਾ, ਕੁਛ ਨਹੀਂ ਪਾ ਰਿਹਾ, ਫੋਨ ਕਰਦੇ ਆ ਤਾਂ ਵੀ ਨਹੀਂ ਕੁਛ ਵੀ ਹੈਗਾ। ਮੇਰੀ ਰਿਕੁਐਸਟ ਹੈ ਕਿ ਮੈਨੂੰ ਨਿਆਂ ਦਵਾਇਆ ਜਾਵੇ, ਤੁਸੀਂ ਮੇਰੀ ਹੈਲਪ ਕਰ ਸਕਦੇ ਹੋ ਤੇ ਸੋ ਆਈ ਡੋਂਟ ਨੋ ਕੀ ਕੀਤਾ ਜਾਵੇ ਸਿਚੁਏਸ਼ਨ 'ਚ, ਤੁਸੀਂ ਮੈਨੂੰ ਸੁਜੈਸਟ ਕਰ ਦਿਓ ਪਲੀਜ਼। ਤੁਸੀਂ ਪਲੀਜ਼ ਫਾਰਮਲ ਕੰਪਲੇਂਟ ਲੌਂਚ ਕਰੋ। ਠੀਕ ਹੈ ਜੀ। ਈਮੇਲ ਸਾਨੂੰ ਭੇਜੋ ਔਰ ਅਕੋਰਡਿੰਗਲੀ ਅਸੀਂ ਕੰਸਰਨ ਪੁਲਿਸ ਸਟੇਸ਼ਨ ਨੂੰ ਕਹਾਂਗੇ ਕਿ ਉਹ ਪੜਤਾਲ ਕਰਨ, ਦੋਨੋਂ ਪਾਰਟੀਆਂ ਨੂੰ ਬੁਲਾਉਣ। ਠੀਕ ਹੈ ਜੀ। ਤੁਹਾਨੂੰ ਵੀ ਮੌਕਾ ਦਿੱਤਾ ਜਾਏਗਾ, ਉਹਨਾਂ ਨੂੰ ਵੀ ਕਿਹਾ ਜਾਏਗਾ ਕਿ ਤੁਹਾਡਾ ਕੀ ਹੈ, ਸਾਰਾ ਕੁਝ ਕਰਕੇ ਤੁਸੀਂ ਕੰਪਲੇਂਟ ਕਰੋ। ਠੀਕ ਹੈ ਜੀ, ਥੈਂਕ ਯੂ ਸਰ। DGP ਪੰਜਾਬ ਤੋਂ ਇਸ ਵੇਲੇ ਹਾਜ਼ਰ ਨੇ ਔਰ ਤੁਸੀਂ ਸਵਾਲ ਕਰਨਾ ਚਾਹੁੰਦੇ ਹੋ, ਤੁਹਾਡੀ ਕੋਈ ਪ੍ਰੋਬਲਮ ਹੈ, ਸਾਡਾ ਨੰਬਰ ਹੈ ਸਟੇਸ਼ਨ ਦਾ, ਤੁਸੀਂ ਕਾਲ ਕਰੋ। ਲਾਈਵ ਗੱਲਬਾਤ ਹੋ ਰਹੀ ਹੈ 416 785 0680 416 785 0680 ਜਾਂ ਇੱਕ ਈਜ਼ੀ ਨੰਬਰ ਵੀ ਹੈ 4169027500 416 902 7500। ਨੰਬਰ 5 ਕਾਲਰ ਲਾਈਨ ਤੇ ਤੁਸੀਂ। ਹਾਂਜੀ, ਸਤਿ ਸ਼੍ਰੀ ਅਕਾਲ ਸਰ, ਮੈਂ ਕੁਲਵੰਤ ਕੌਰ ਬੋਲਦੀ ਹਾਂ ਜੀ। ਕੁਲਵੰਤ ਜੀ, ਤੁਸੀਂ ਵੈਨਕੂਵਰ ਤੋਂ ਕਾਲ ਕਰ ਰਹੇ ਹੋ? ਹਾਂਜੀ, ਮੈਂ ਵੈਨਕੂਵਰ ਤੋਂ ਬੋਲ ਰਹੀ ਹਾਂ। DGP ਸਾਹਿਬ ਬੋਲੋ ਜੀ। ਜੀ ਜੀ ਹਾਂਜੀ, ਮੇਰੇ ਤੇ ਇੰਡੀਆ ਕੇਸ ਕੀਤਾ ਹੋਇਆ ਜੀ
ਹਰਵਿੰਦਰ ਕੌਰ ਦਾ, ਪਿੰਡ ਭਿੰਡਰ ਕਲਾਂ, ਥਾਣਾ ਧਰਮਕੋਟ ਵਿੱਚ ਮੇਰਾ ਕੇਸ ਹੈ ਜੀ, ਜ਼ਿਲ੍ਹਾ ਮੋਗਾ। FRI ਕੀਤੀ ਆ ਮੇਰੇ ਤੇ। ਸਰ Fraud ਇੱਕ ਦਾ ਕੰਮ ਇਹਨਾਂ ਹੈ। ਤੇ ਬਹੁਤ ਸੀਰੀਅਸ ਮੈਟਰ ਹੈ ਜੀ, ਜਰਾ ਆਪ ਜੀ ਕੁਝ ਮਿੰਟ ਸੁਣ ਲਓ ਇਹਨਾਂ ਦੀ ਸਟੋਰੀ। ਬੜੀ ਅਜੀਬ ਸਟੋਰੀ ਆ, ਕਈ ਮਹੀਨਿਆਂ ਤੋਂ ਗੱਲਬਾਤ ਕਰਨਾ ਚਾਹੁੰਦੇ ਆ ਜੀ। ਇਹ ਬਹੁਤ ਪਰੇਸ਼ਾਨ ਹੈ ਇਹ ਸਾਡੀ ਭੈਣ ਵੈਨਕੂਵਰ ਤੋਂ। ਹਾਂਜੀ, ਆਪਣੇ ਤੁਸੀਂ ਖੋਲ ਕੇ ਸਟੋਰੀ ਦੱਸੋ ਆਪਣੇ DGP ਸਾਹਿਬ ਨੂੰ। ਤੁਹਾਡੇ ਤੇ ਕੇਸ ਕਾਹਦਾ ਕੀਤਾ? ਫਰਾਡ ਦਾ ਕੀਤਾ? ਹਾਂਜੀ, ਫਰਾਡ ਦਾ 15 ਲੱਖ ਦਾ ਕੇਸ ਕੀਤਾ ਹੋਇਆ। ਉਹਨਾਂ ਨੇ ਰਿਸ਼ਤੇਦਾਰਾਂ ਦੇ ਆਪਣੇ ਹੀ ਪਰੋ ਨੋਟ ਬਣਾ ਕੇ ਦਿੱਤੇ ਹੋਏ ਆ। ਤੇ ਮੇਰਾ ਡਿਵੋਰਸ ਹੋ ਗਿਆ, ਉਹ ਡਿਵੋਰਸ ਤੋਂ ਬਾਅਦ ਮੇਰੇ ਤੇ ਕੇਸ ਕੀਤਾ। ਇਹ ਕੁੜੀ ਨੈਣੀ ਵੇਜ ਤੇ ਇੱਥੇ ਆਈ ਸੀ, ਅਸੀਂ ਮੈਰਿਜ ਕੀਤੀ ਸੀ ਇਹਦੀ 2014 ਦੇ ਵਿੱਚ। ਉਸ ਤੋਂ ਬਾਅਦ ਫਿਰ ਸਾਡੇ ਘਰ ਵਿੱਚ ਪਹਿਲਾਂ ਹੀ ਹਾਲਾਤ ਠੀਕ ਨਹੀਂ ਸੀ, ਫਿਰ ਇਹ ਡਿਪੋਰਟ ਹੋ ਗਈ ਸੀਗੀ 2014 ਦੇ ਵਿੱਚ ਹੀ 6 ਜੂਨ ਨੂੰ। ਫਿਰ ਉਸ ਤੋਂ ਬਾਅਦ ਅਕਤੂਬਰ ਦੇ ਵਿੱਚ ਇੰਡੀਆ ਚਲੀ ਗਈ 2014 ਦੇ ਵਿੱਚ। ਉਸ ਤੋਂ ਬਾਅਦ 2015 ਦੇ ਵਿੱਚ ਅਸੀਂ ਸੈਪਰੇਟ ਹੋ ਗਏ ਸੀਗੇ ਦੋਨੋਂ ਜਾਣੇ, ਤੇ ਫਿਰ ਮੇਰਾ ਡਿਵੋਰਸ ਹੋ ਗਿਆ ਫਰਵਰੀ 2016 ਦੇ ਵਿੱਚ। ਇਸ ਤੋਂ ਬਾਅਦ ਮੈਂ ਥੋੜੀ ਜਿਹੀ ਅਪਸੈਟ ਸੀਗੀ। ਮੇਰੇ ਬ੍ਰਦਰ ਕਹਿੰਦੇ ਤੂੰ ਇੰਡੀਆ ਆ ਜਾ, ਥੋੜਾ ਜਿਹਾ ਚੇਂਜ ਹੋ ਜਾਊਗਾ। ਮੈਂ ਇੰਡੀਆ ਗਈ ਤਾਂ 2016 ਦੇ ਵਿੱਚ ਅਪ੍ਰੈਲ ਦੇ ਵਿੱਚ 10 ਅਪ੍ਰੈਲ ਨੂੰ। ਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਕੇਸ ਕਰਤਾ। ਮੇਰੇ ਘਰ ਪੁਲਿਸ ਆ ਗਈ 27 ਅਪ੍ਰੈਲ ਨੂੰ। ਤੇ ਉਹ ਕਹਿੰਦੇ ਤੁਸੀਂ ਇੰਨਾ ਪੈਸੇ ਲਏ ਆ, ਵੀ ਵਿਆਹ ਕੀਤਾ ਸੀਗਾ ਤਾਂ ਮੁੰਡੇ ਵਾਲਿਆਂ ਤੋਂ ਤੁਸੀਂ ਪੈਸੇ ਲਏ ਆ ਮਾਮੀ ਨੇ। ਪਰ ਮੈਂ ਇਸ ਵਿੱਚ ਇਨਵੋਲਵ ਨਹੀਂ ਸੀਗੀ। ਮੇਰੇ ਹਸਬੈਂਡ ਤੇ ਮੇਰੀ ਮਦਰ ਇਨ ਲਾ ਨੇ ਦੋਨਾਂ ਨੇ ਰਿਸ਼ਤਾ ਕੀਤਾ ਸੀਗਾ, ਤੇ ਕੋਈ ਪੈਸਾ ਨਹੀਂ ਸੀ ਲਿਆ ਉਹਨਾਂ ਨੇ। ਉਹ ਐਵਸਫੋਰਡ ਦੇ ਵਿੱਚ ਹੀ ਆ ਫੈਮਿਲੀ। ਤੇ ਮੇਰੇ ਤੇ ਇਹਨਾਂ ਨੇ ਏਦਾਂ ਝੂਠਾ ਕੇਸ ਕਰਤਾ 15 ਲੱਖ ਦਾ। ਮੈਂ ਬਹੁਤ ਅਪਸੈਟ ਆ, ਮੇਰੀ ਹੈਲਪ ਕਰੋ ਪਲੀਜ਼ ਸਰ। ਇਹ ਕੰਪਲੇਂਟ ਕਿੰਨੇ ਕੀਤੀ ਸੀ ਵੀ ਤੁਸੀਂ ਪੈਸੇ ਲਏ ਆ? ਹਰਵਿੰਦਰ ਕੌਰ ਮੇਰੀ ਨਣਦ ਦੀ ਕੁੜੀ ਨੇ, ਜਿਹੜੀ ਉਹ ਇੰਡੀਆ ਡਿਪੋਰਟ ਹੋਈ ਹੈ। ਉਹਨੇ ਕੋਈ ਸਬੂਤ ਦਿੱਤਾ ਪੈਸੇ ਦਾ? ਹਾਂਜੀ, ਪਰੋ ਨੋਟ ਬਣਾਏ ਆ ਜੀ ਝੂਠੇ ਬਣਾ ਕੇ ਆਪਣੇ ਰਿਸ਼ਤੇਦਾਰਾਂ ਦੇ। ਕਿਸੇ ਤੋਂ 7 ਲੱਖ ਦਾ ਲੈ ਲਿਆ, ਕਿਸੇ ਤੋਂ 4 ਦਾ, ਕਿਸੇ ਤੋਂ 3 ਦਾ। ਇਹ ਕਦੋਂ, ਕਿੰਨੀ ਦੇਰ ਪਹਿਲਾਂ ਪਰਚਾ ਦਰਜ ਹੈ? ਇਹ 2016 ਦੇ ਵਿੱਚ ਹੋਇਆ ਸੀ ਜੀ। ਇਹ ਤਾਂ ਬਹੁਤ ਪੁਰਾਣਾ ਕੇਸ ਹੈ। ਉਸ ਕੇਸ ਦਾ ਤਾਂ ਹੁਣ ਕਿਸੇ ਨਾ ਕਿਸੇ ਪਾਸੇ ਜਾਂ ਤਾਂ ਚਲਾਨ ਦੇ ਦਿੱਤਾ ਗਿਆ ਹੋਣਾ ਹੈ ਜਾਂ ਉਹਨੂੰ ਕੈਂਸਲ ਕਰ ਦਿੱਤਾ। ਇੰਨੀ ਦੇਰ ਤਾਂ ਪੈਂਡਿੰਗ ਰਹਿੰਦਾ ਹੀ ਨਹੀਂ ਕੇਸ, ਕਿਸੇ ਨਾ ਕਿਸੇ ਪਾਸੇ ਤੁਹਾਨੂੰ ਲੱਗੇ ਲਾ ਦਿੱਤਾ ਹੋਣਾ। ਪਤਾ ਨਹੀਂ ਜੀ ਉੱਥੇ, ਪਰ ਮੈਂ ਇੰਡੀਆ ਜਾ ਨਹੀਂ ਸਕਦੀ। ਮੈਨੂੰ ਇਹੀ ਕਹਿੰਦੇ ਆ ਵੀ ਤੈਨੂੰ ਇੱਥੋਂ ਅਸੀਂ 에ਅਰਪੋਰਟ ਤੋਂ ਚੱਕ ਲੈਣਾ ਦਿੱਲੀੋਂ। ਉਹ ਫਿਰ ਉਹ ਜਾਂ ਤਾਂ PO ਡਿਕਲੇਅਰ ਕਰ ਦਿੱਤਾ ਹੋਣਾ ਤੁਹਾਨੂੰ ਉਹਨਾਂ ਨੇ। ਨਹੀਂ, ਅਸੀਂ ਪਤਾ ਤਾਂ ਕੀਤਾ ਸੀਗਾ ਜੀ, ਵੀ ਕੀਤਾ ਨਹੀਂ ਕੁਛ ਵੀ PO। ਤੁਸੀਂ ਇਹ ਡਿਟੇਲਸ ਭੇਜੋ, ਪਤਾ ਕਰਕੇ ਤੁਹਾਨੂੰ ਦੱਸਦੇ ਆ ਵੀ ਕੀ ਹੋਇਆ ਉਸ ਕੇਸ, ਕਿਉਂਕਿ ਏਦਾਂ ਪਤਾ ਨਹੀਂ ਲੱਗ ਸਕਦਾ। ਇਹ ਤਾਂ ਡਿਟੇਲ ਪੂਰੀ ਤਰ੍ਹਾਂ ਪਤਾ ਕਰਕੇ ਹੀ ਤੁਹਾਨੂੰ ਦੱਸ ਸਕਦੇ ਆ ਜੀ। ਠੀਕ ਹੈ ਸਰ। ਮਿਹਰਬਾਨੀ। ਤੁਸੀਂ 6 ਵਜੇ ਤੋਂ ਬਾਅਦ ਟੋਰਾਂਟੋ ਟਾਈਮਸ ਤੁਹਾਨੂੰ ਕਾਲ ਕਰਨਾ ਕਿ ਤੁਹਾਡਾ 3 ਘੰਟੇ ਦਾ ਕੁਲਵੰਤ ਕੌਰ ਜੀ ਫਰਕ ਹੈ ਔਰ ਸਮੇਂ ਦੇ ਧਿਆਨ ਰੱਖਣਾ ਸਮੇਂ ਦਾ ਜਦੋਂ ਤੁਹਾਨੂੰ ਰਿੰਗ ਕਰਨਾ। ਮਿਹਰਬਾਨੀ। ਨੰਬਰ 1 ਕਾਲਰ। ਹਾਂਜੀ, ਓਕੇ ਜੀ, ਥੈਂਕ ਯੂ ਸੋ ਮਚ। ਨੰਬਰ 1 ਕਾਲਰ ਤੁਸੀਂ ਲਾਈਨ ਤੇ ਹੋ, ਆਪਣੇ ਨੰਬਰ 5 ਡ੍ਰੌਪ ਕਰ ਦਿਓ ਜੀ। ਨੰਬਰ 1 ਕਾਲਰ ਰਮਿੰਦਰਪਾਲ ਲਾਈਨ ਤੇ ਹੋ। ਹਾਂਜੀ, ਨੰਬਰ ਤੁਸੀਂ ਨੰਬਰ 6 ਕਾਲਰ ਪਲੀਜ਼ ਬਰਿੰਦਰ ਲਾਈਨ ਤੇ ਤੁਸੀਂ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਜੀ, ਸਤਿ ਸ੍ਰੀ ਅਕਾਲ ਭਾਜੀ। DGP ਸਾਹਿਬ ਲਾਈਨ ਤੇ ਨੇ ਸਰ, ਪਲੀਜ਼ ਪ੍ਰੋਸੀਡ ਕਰੋ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਬੁਲਾ ਰਹੇ। ਸਤਿ ਸ੍ਰੀ ਅਕਾਲ DGP ਸਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਪਲੀਜ਼। ਹੈਲੋ ਸਿੱਧ ਸਾਹਿਬ, ਆਪਣੇ ਨੰਬਰ 6 ਸਿੱਧ ਸਾਹਿਬ ਪਲੇ ਅਟੈਂਸ਼ਨ ਪਲੀਜ਼ ਟੂ ਕਾਲਰ ਨੰਬਰ 3 ਕਾਲ। ਰਤਨ ਸ਼ਰਮਾ ਤੁਸੀਂ ਲਾਈਨ ਤੇ ਹੋ। ਹੈਲੋ ਜੀ ਬੋਲੋ ਜੀ ਪਲੀਜ਼। ਬੋਲੋ ਜੀ ਸਰ। ਗੁੱਡ ਈਵਨਿੰਗ DGP ਸਾਹਿਬ। ਗੁੱਡ ਈਵਨਿੰਗ ਜੀ। ਸਰ, ਮੇਰੀ ਪਟਿਆਲੇ ਜ਼ਿਲ੍ਹੇ ਦੀ ਕੰਪਲੇਂਟ ਹੈ ਜੀ। ਮੇਰੀ ਕੋਠੀ ਤੇ ਕਬਜ਼ਾ ਕਰ ਲਿਆ ਸਰ ਪਟਿਆਲੇ ਦੀ। ਮੈਂ ਉਹਦਾ ਬਿਆਨਾ ਕਰਕੇ ਆਇਆ ਸੀਗਾ ਜੀ, ਤੇ ਉਹਨਾਂ ਨੇ ਮੈਂ ਕੰਪਲੇਂਟ ਦਿੱਤੀ ਹੋਈ ਹੈ ਜੀ। ਉੱਥੇ ਮੇਰੀ ਮੋਹਾਲੀ ਤੋਂ ਮਾਰਕ ਹੋਈ ਹੋਈ ਹੈ। ਕੰਪਲੇਂਟ ਦਾ ਨੰਬਰ ਹੈਗਾ 194-7911 ਜੀ। ਤੇ ਉਹ ਹੁਣ ਕੋਠੀ ਨਾ ਮੈਨੂੰ ਪੈਸੇ ਦੇ ਰਹੇ ਨੇ ਜੀ, ਤੇ ਨਾ ਕੋਠੀ ਖਾਲੀ ਕਰ ਰਹੇ ਨੇ। ਕੋਠੀ ਤੇ ਕਬਜ਼ਾ ਕਰ ਲਿਆ। ਉਹ ਮਤਲਬ SHO ਹੈਗੇ ਨੇ ਉੱਥੇ ਜਿਹੜੇ ਜਿਨ੍ਹਾਂ ਨਾਲ ਇਨਕੁਆਇਰੀ ਅਫਸਰ ਜੀ, ਉਹ ਮਤਲਬ ਹੁਣ 6 ਮਹੀਨੇ ਹੋ ਗਏ ਜੀ। ਮਤਲਬ ਉਹ ਕਹਿੰਦੇ ਜੀ ਇਨਕੁਆਇਰੀ ਚੱਲ ਰਹੀ ਹੈ।
ਦੇਖੋ ਕੋਰੋਨਾ ਕਰਕੇ ਕੁਝ ਚੀਜ਼ਾਂ ਤਾਂ ਸਲੋ ਹੈ, ਇਹਦੇ 'ਚ ਤਾਂ ਕੋਈ ਡਾਊਟ ਨਹੀਂ ਹੈ, ਬਟ ਐਨੀਵੇ ਤੁਸੀਂ ਡਿਟੇਲਸ ਮੈਨੂੰ ਭੇਜੋ ਪਲੀਜ਼, ਮੈਂ ਇਹਨੂੰ ਦੇਖਦਾ, ਮੈਂ ਫੋਲੋ ਕਰਦਾ ਤੁਹਾਡਾ ਕੇਸ। ਪਟਿਆਲੇ ਜ਼ਿਲ੍ਹੇ ਦੀ ਹੈ ਸਰ ਇਹ ਸਾਡੀ ਜੀ। ਇੱਕ ਪਹਿਲਾਂ ਵੀ ਕੰਪਲੇਂਟ ਦੀ ਸਰ, ਜਿਹੜੀ ਇਹ ਜਿਵੇਂ ਇਨਕੁਆਇਰੀ ਕਰਦੇ ਹੋ ਜੀ ਤੁਸੀਂ ਇੱਥੋਂ NRIਆਂ ਵਾਸਤੇ, ਉਹਦੀ ਅਸੀਂ ਸੁੱਤੋਂ ਇਨਕੁਆਇਰੀ ਲੈ ਸਕਦੇ ਹਾਂ ਜੀ ਕਿਸੇ ਤਰੀਕੇ? ਇਨਕੁਆਇਰੀ ਲੈ ਸਕਦੇ ਆ ਮਤਲਬ ਵੀ ਜਿਹੜੀ ਤੁਸੀਂ ਰਿਪੋਰਟ ਬਣਾਈ ਜੀ ਮੇਰੀ, ਇੱਕ ਹੋਰ 1 ਸਾਲ ਪਹਿਲਾਂ ਦੀ ਕੰਪਲੇਂਟ, ਉਹ ਆ ਗਿਆ ਜੀ 2 ਵਰਡ ਲਿਖੇ ਹੋਏ ਆ ਗਏ ਵੀ ਯੋਰ ਕੰਪਲੇਂਟ ਇਜ਼, ਉਹਦੇ ਆ ਗਿਆ ਜੀ ਮੈਸੇਜ ਸਾਂਝ ਪੁਲਿਸ ਵੱਲੋਂ ਵੀ ਯੋਰ ਕੰਪਲੇਂਟ ਇਜ਼ ਕਲੋਜ਼ਡ। ਉਹ ਇੱਕ ਅਲੱਗ ਦੂਸਰੀ ਕੰਪਲੇਂਟ ਹੈ ਸਰ, ਦੂਸਰੇ ਨੰਬਰ ਦੀ ਗੱਲ ਕਰ ਰਹੇ ਹਾਂ। ਤੇ ਉਹਦੇ ਤੇ ਜਿਹੜੀ ਇਨਕੁਆਇਰੀ ਹੈ ਵੀ ਕੀ ਕੀਤਾ ਜੀ, ਕਿਉਂ ਕੰਪਲੇਂਟ ਸਾਡੀ ਬੰਦ ਕੀਤੀ, ਉਹ ਅਸੀਂ ਰੀਜਨ ਪੁੱਛ ਸਕਦੇ ਹਾਂ ਜੀ? ਤੁਸੀਂ ਉਹ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅੰਡਰ ਇਨਕੁਆਇਰੀ ਜਿਹੜੀ ਹੋਈ ਹੈ ਉਹਦੀ ਕਾਪੀ ਅਪਲਾਈ ਕਰ ਸਕਦੇ ਹੋ, ਜਿਹੜੀ ਇਨਕੁਆਇਰੀ ਹੋਈ ਹੈ ਉਹਦੀ ਕਾਪੀ ਤੁਹਾਨੂੰ ਦਿੱਤੀ ਜਾਵੇ। ਸੋ ਉਹ ਅਗਰ ਉਹ ਜਿਹੜੀ ਉਹਦੇ 'ਚ ਕੁਝ ਕੰਡੀਸ਼ਨਸ ਹੈ ਜਿੰਦੇ ਅਗਰ ਉਹ ਕੰਡੀਸ਼ਨਾਂ ਪੂਰੀਆਂ ਹੁੰਦਾ ਹੋਣ ਤਾਂ ਫਿਰ ਇਨਕੁਆਇਰੀ ਦੀ ਕਾਪੀ ਦਿੱਤੀ ਜਾਂਦੀ ਹੈ, ਉਹ ਤੁਸੀਂ ਅਪਲਾਈ ਕਰ ਸਕਦੇ। ਤੇ ਇਹਦਾ ਸਰ ਕੋਠੀ ਦਾ ਮਤਲਬ ਹੁਣ ਜਿਵੇਂ ਉਹਨਾਂ ਨੇ ਕਬਜ਼ਾ ਕਰ ਲਿਆ ਜੀ, ਜਿਸ ਤਰ੍ਹਾਂ ਹੁਣ ਉਹ ਕਹਿੰਦੇ ਨੇ ਵੀ ਤੁਸੀਂ ਜਿੰਨੇ ਪੈਸੇ, ਜਿਵੇਂ ਮੈਨੇ 70 ਲੱਖ 'ਚ ਉਹਦਾ ਸੌਦਾ ਕੀਤਾ ਸੀ ਕੋਠੀ ਦਾ ਜੀ, ਉਹ ਬਾਕੀ ਦੀ ਪੇਮੈਂਟ ਮਤਲਬ ਦੇਣਾ ਨਹੀਂ ਚਾਹੁੰਦੇ। ਉੱਥੇ ਜਿਵੇਂ ਪੰਜਾਬ ਦੇ ਵਿੱਚ ਕੀ ਹੁੰਦਾ ਜੀ, ਰਜਿਸਟਰੀ ਘੱਟ ਅਮਾਊਂਟ ਦੀ ਹੁੰਦੀ ਹੈ ਤੇ ਕੋਠੀ ਦੀ ਅਮਾਊਂਟ ਜ਼ਿਆਦਾ ਹੁੰਦੀ ਹੈ। ਉਹ ਕਹਿੰਦੇ ਨੇ ਵੀ ਤੁਸੀਂ 15 ਲੱਖ ਵਿੱਚ ਹੀ ਰਜਿਸਟਰੀ ਕਰਾ ਦਿਓ। ਉਹ ਤਾਂ ਤੁਸੀਂ ਜਦੋਂ ਉਹਨਾਂ ਨਾਲ ਐਗਰੀਮੈਂਟ ਕੀਤੇ ਹੋਣੇ ਤਾਂ ਉਦੋਂ ਹੀ ਸਾਰੀ ਗੱਲਾਂ ਹੋਈਆਂ ਹੋਣੀਆਂ। ਹਾਂਜੀ ਹਾਂ, ਇਹ ਤਾਂ ਹੁਣ ਇੱਕ ਸਿਸਟਮ ਤਾਂ ਤੁਹਾਨੂੰ ਪਤਾ ਹੀ ਹੈ ਜੀ, ਪੰਜਾਬ 'ਚ ਸਾਰੇ ਚੱਲ ਰਿਹਾ, ਜਿੰਨੇ ਵੀ ਮਤਲਬ ਚਲੋ ਸਾਰੇ ਪਾਸੇ ਹੀ ਹੈ, ਤੇ ਜੋ ਹੈ ਉਹ ਤਾਂ ਫਿਰ ਤੁਹਾਡੇ ਨਾਲ ਪੂਰੀ ਗੱਲ ਹੋਈ ਹੋਣੀ ਹੈ ਨਾ ਉਹਨਾਂ ਦੀ, ਏਦਾਂ ਹੋਏਗਾ। ਗੱਲ ਹੋਈ ਹੈ ਸਰ, ਉਹ ਹੁਣ ਇਹ ਕਹਿੰਦੇ ਨੇ ਵੀ ਤੁਸੀਂ ਮਤਲਬ ਬੇਸਿਕਲੀ ਤਾਂ ਪੈਸੇ ਦਾ ਫੰਡ ਹੈ ਵੀ NRI ਦੀ ਪ੍ਰਾਪਰਟੀ ਹੈ, ਵੀ ਜਿੰਨੇ 15 ਲੱਖ 'ਚ ਜਿੰਨੇ ਦੀ ਰਜਿਸਟਰੀ ਉਹ ਉਹਨਾਂ 'ਚ ਕਰਾ ਲਓ। ਮੈਂ ਤਾਂ ਆਫ ਹੈਂਡ ਨਹੀਂ ਕਹਿ ਸਕਦਾ, ਤੁਸੀਂ ਕਾਈਂਡਲੀ ਪਲੀਜ਼ ਸਾਨੂੰ ਇੱਕ ਈਮੇਲ ਵਿੱਚ ਸਾਰੇ ਡਿਟੇਲਸ ਭੇਜੋ, ਫਿਰ ਮੈਂ ਇਸ ਬਾਰੇ ਕੁਝ ਕਮੈਂਟ ਕਰ ਪਾਉਂਗਾ। ਸ਼ਰਮਾ ਜੀ ਤੁਸੀਂ ਸ਼ਰਮਾ ਜੀ ਸੁਣੋ, ਸ਼ਰਮਾ ਜੀ ਲਾਈਨਾਂ ਬਹੁਤ ਬਿਜ਼ੀ ਨੇ, ਤੁਸੀਂ ਦੁਬਾਰਾ ਸਾਨੂੰ 6 ਵਜੇ ਤੋਂ ਬਾਅਦ ਗੱਲ ਕਰ ਲੈਣਾ, ਅਸੀਂ ਦੁਬਾਰਾ ਤੁਹਾਡੀ ਹੈਲਪ ਕਰਾਂਗੇ ਈਮੇਲ ਕਰਨ ਦੇ ਵਿੱਚ ਜੇ ਤੁਹਾਨੂੰ ਹੈਲਪ ਦੀ ਲੋੜ ਪਈ। ਮਿਹਰਬਾਨੀ ਜੀ। ਨੰਬਰ 6 ਕਾਲਰ ਮਹਿੰਦਰਪਾਲ ਜੀ ਲਾਈਨ 'ਚ। DGP ਸਾਹਿਬ। ਹਾਂਜੀ DGP ਸਾਹਿਬ ਗੁੱਡ ਇਵਨਿੰਗ, ਮੈਂ ਮਹਿੰਦਰਪਾਲ ਬੋਲ ਰਿਹਾ ਕੈਲੀਫੋਰਨੀਆ ਤੋਂ ਜੀ। ਸਰ ਜੀ ਗੱਲ ਇਹ ਹੈਗੀ ਆ, ਮੈਂ ਨਾ ਫਾਈਲ ਕੀਤੀ ਸੀ ਕੰਪਲੇਂਟ 2018 ਦੇ ਵਿੱਚ, ਹੈ ਨਾ ਜੀ। AIG ਅਰਵਿੰਦ ਸੀਗੇ, ਉਹ ਰਿਟਾਇਰ ਹੋ ਗਏ ਹੁਣ, ਹੈ ਨਾ ਜੀ। ਤੇ ਉਹ ਮੇਰੀ ਪ੍ਰਾਪਰਟੀ ਹੈਗੀ ਆ ਜੀ ਆਪਣੇ ਚੰਡੀਗੜ੍ਹ ਦੇ ਕੋਲ 10 ਏਕੜ ਆਪਣੇ ਸੁਖ ਵਿਲਾਸ ਦੇ ਨਾਲ। ਤੇ ਉਹ ਬੰਦੇ ਜਿਨ੍ਹਾਂ ਨੇ ਮੈਨੂੰ ਸੇਲ ਕੀਤੀ, ਮੈਂ ਇਹਦੀ ਕੋਈ ਰਜਿਸਟਰੀ ਵੀ ਮੇਰੀ ਹੋ ਗਈ, ਇੰਤਕਾਲ ਵੀ ਹੋ ਗਿਆ ਜੀ, ਗੁਰਦੁਆਰੀ ਵੀ ਹੋ ਗਈ ਔਰ ਫਰਦਾਂ ਵੀ ਮੇਰੇ ਨਾਮ ਤੇ ਹੋ ਗਈਆਂ। ਪਰ ਜਦੋਂ ਪੋਜੈਸ਼ਨ ਦੀ ਗੱਲ ਆਈ ਨਾ, ਤਾਂ ਉਹਨਾਂ ਨੇ ਮੈਨੂੰ ਪੋਜੈਸ਼ਨ ਉਸ ਪ੍ਰਾਪਰਟੀ ਦਾ ਉਹਦਾ ਜ਼ਮੀਨ ਦਾ ਦੇ ਰਹੇ ਨੇ, ਜਿਹੜੀ ਮੈਨੂੰ ਉਹਨਾਂ ਨੇ ਦਿਖਾਈ ਹੋਣੀ ਹੈਗੀ। ਤੇ ਜਦੋਂ AIG ਰਵਿੰਦਰ ਸਿੰਘ ਜੀ ਨੇ ਗੱਲ ਕੀਤੀ ਉਹਨਾਂ ਦੇ ਨਾਲ, ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਵੀ ਸਰ ਜੀ ਤੁਸੀਂ ਆਪਣੇ 2 ਪੁਲਿਸ ਵਾਲੇ ਬੰਦੇ ਭੇਜੋ, ਮੈਂ ਰਿਕਾਰਡਿੰਗ ਵਗੈਰਾ, ਮੇਰਾ ਭਤੀਜਾ ਉੱਥੇ ਹੈਗਾ ਤੇ ਮੇਰੇ ਫਾਦਰ ਸਾਹਿਬ ਹੈਗੇ ਨੇ ਜੀ, ਉਹ ਸਾਰੀ ਉਹਦੀ ਵੀਡੀਓ ਰਿਕਾਰਡਿੰਗ ਵਗੈਰਾ ਕਰ ਲਈਏ, ਹੈ ਨਾ ਜੀ। ਤੇ ਉਸ ਤੋਂ ਬਾਅਦ ਜਦੋਂ ਮੈਂ 2018 ਦੇ ਐਂਡ ਦੇ ਵਿੱਚ ਗਿਆ ਜੀ ਉੱਥੇ, ਤਾਂ ਮੈਂ ਕਿਹਾ ਵੀ ਇਹ ਤਾਂ ਮੇਰੀ ਜ਼ਮੀਨ ਹੀ ਨਹੀਂ ਹੈਗੀ ਜਿਹੜੀ ਤੁਸੀਂ ਮੈਨੂੰ ਦੇ ਰਹੇ, ਫਰਦਾਂ ਕੁਝ ਹੋਰ ਕਹਿ ਰਹੀਆਂ, ਰਕਬਾ ਕੁਝ ਹੋਰ ਆ, ਖਸਰਾ ਹੋਰ ਆ, ਇਹਦਾ ਟੋਟਲੀ ਫਰਾਡ ਆ, ਹੈ ਨਾ। ਤੇ ਹੁਣ ਉਹ ਮੈਨੂੰ ਕਹਿੰਦੇ ਕਿ ਲਾਕਡਾਊਨ ਹੋਇਆ ਵਾ ਜੀ, ਤੇ ਆਪਣੇ ਮਾਝੀ ਤਹਿਸੀਲ ਦੇ ਵਿੱਚ ਹੋਈ ਸੀ ਮੇਰੀ ਰਜਿਸਟਰੀ, ਕਿ ਉਹ ਸਾਰਾ ਕੁਝ ਹੁਣ ਨਾ ਮੈਂ ਤੁਹਾਡੇ ਤਬਾਦਲਾ ਕਰਾ ਦੂੰਗਾ। ਤੇ ਮੈਂ ਹੁਣ ਬੈਕ ਐਂਡ ਫੋਰਥ ਹੋਈ ਜਾਣਾ, ਤੇ ਮੈਨੂੰ ਕੋਈ ਇੰਨੀ ਜ਼ਿਆਦਾ ਮਤਲਬ ਹੈਲਪ ਨਹੀਂ ਮਿਲੀ। ਆਲਮੋਸਟ 3 ਸਾਲ ਹੋ ਗਏ, 21 ਹੋ ਗਿਆ। ਤੇ ਮੈਂ ਕੇਸ ਕੀਤਾ ਸੀ ਪੰਜਾਬ NRI ਮੋਹਾਲੀ ਫਾਈਲ ਕੀਤਾ ਜੀ, ਤੇ ਹੁਣ ਮੈਂ ਇੱਕ ਕੰਪਲੇਂਟ ਕੀਤੀ ਹੈ ਜੀ ਉਹਨਾਂ ਦੀ ਸੈਕਟਰੀਏਟ ਦੇ ਵਿੱਚ, ਆਪਣੇ ਸ਼ੇਖਰ ਧਵਨ ਆਨਰੇਬਲ ਜਸਟਿਸ ਹੈਗੇ ਨੇ ਉਹਨਾਂ ਦੀ ਕੋਰਟ ਦੇ ਵਿੱਚ, ਤੇ ਉਹ ਵੀ NRI ਨੂੰ ਮਤਲਬ ਹੈਲਪ ਆਊਟ ਕਰਦੇ ਨੇ। HS ਤੇ IPS ਰਿਟਾਇਰਡ ਨੇ, ਉਹ ਵੀ ਉਹਨਾਂ ਦੇ ਨਾਲ ਕੰਮ ਕਰਦੇ ਆ। ਸੋ ਮੇਰੀ ਬਾਟਮ ਲਾਈਨ ਇਹ ਹੈਗੀ ਹੈ ਕਿ ਮਤਲਬ ਆਈ ਗੈਟ ਸਿਕ ਐਂਡ ਟਾਇਰਡ ਕਿ ਮੈਂ ਬੈਕ ਐਂਡ ਫੋਰਥ, ਮੇਰੇ ਪੇਰੈਂਟਸ ਜਿਹੜੇ ਹੈਗੇ ਉਹ ਬਜ਼ੁਰਗ ਹੈਗੇ ਨੇ, ਉਹ ਵਿਚਾਰੇ ਕੁਝ ਕਰ ਨਹੀਂ ਸਕਦੇ, ਤੇ ਵਿੱਚ ਉਹਦੇ ਵਿੱਚ ਖੁਦ ਕੁਝ ਬੰਦੇ ਏਦਾਂ ਇਨਵੋਲਵ ਹੋ ਗਏ ਜਿਹਨਾਂ ਨੂੰ ਇਹ ਹੋ ਗਿਆ ਵੀ ਇਹ ਚਲੋ ਇਹ ਆਂਦਾ ਚਲੋ ਚਲੇ ਜਾਂਦਾ, ਤੇ ਮੁੜ ਕੇ ਹੂ ਕੇਅਰਸ, ਹੈ ਨਾ। ਤੇ ਮੇਰੇ ਆਲਮੋਸਟ ਹਰ ਸਾਲ ਨਾ ਮੇਰੇ 2-3 ਗੇੜੇ ਲੱਗਦੇ ਹੀ ਲੱਗਦੇ। ਹੁਣ ਲਾਕਡਾਊਨ ਹੋ ਗਿਆ, ਮੈਂ ਬਸ ਜਸਟ ਓਕੇ ਹੋਲਡਰ ਕਾਲਰਸ DGP ਸਾਹਿਬ ਸੁਣੋ ਕੁਝ ਮਿੰਟ ਵਾਸਤੇ ਆਪ ਜੀ ਵਾਸਤੇ ਕੀ ਕਹਿਣਾ ਚਾਹੁੰਦੇ? ਇਹ ਜਿਹੜਾ ਤੁਸੀਂ NRI ਕੋਰਟ ਵਿੱਚ ਕੀਤਾ ਹੈ ਉਹਦਾ ਕੀ ਫੈਸਲਾ ਹੋਇਆ? ਨਹੀਂ ਕੋਈ ਅਜੇ ਮੈਂ ਉਹਦੀ ਵੇਟ ਹੀ ਕਰ ਰਿਹਾ ਸਰ ਜੀ, ਮੈਂ ਤਾਂ ਤੁਹਾਡੀ ਵੇਟ ਕਰ ਰਿਹਾ ਮੋਹਾਲੀ ਤੋਂ। ਇਹ ਕੀ ਕਰ ਰਿਹਾ ਕਿਉਂਕਿ ਉਹਨਾਂ ਨੇ ਮੈਨੂੰ ਕਹਿੰਦਾ ਤੁਹਾਡੇ ਜੀ ਅਸੀਂ ਆਪਣੇ ਕਰਤਾ, ਤੁਹਾਡਾ ਫੈਸਲਾ ਕਰਤਾ। ਮੈਂ ਸਰ ਜੀ ਮੇਰਾ ਫੈਸਲਾ ਨਹੀਂ ਹੋਇਆ, ਤੁਸੀਂ ਮੈਨੂੰ ਤਾਂ ਪੁੱਛਿਆ ਨਹੀਂ ਹੈਗਾ। ਮਤਲਬ ਮੇਰਾ ਉੱਥੋਂ ਮੈਂ ਤੁਹਾਨੂੰ ਕਿਹਾ ਮੇਰੀ ਵੀਡੀਓ ਰਿਕਾਰਡਿੰਗ ਕਰਵਾਓ, ਸਾਰੀ ਕਰਵਾਓ, ਤੇ ਤੁਸੀਂ ਮੈਨੂੰ ਜਿਹੜੇ ਬੰਦੇ ਮੈਨੂੰ ਪੋਜੈਸ਼ਨ ਦੇ ਰਹੇ ਨੇ, ਮੇਰੇ ਥੰਬਨੇਲ ਲਵਾਏ ਨੇ, ਉਹ ਤਾਂ ਪ੍ਰਾਪਰਟੀ ਮੇਰੀ ਹੈ ਹੀ ਨਹੀਂ, ਉਹ ਤਾਂ ਡਾਊਨ ਦੇ ਵਿੱਚ ਮੈਂ ਜਿਹੜੀ ਮੈਨੂੰ ਦਿਖਾਈ ਹੋ ਰਿਹਾ, ਤੇ ਤੁਸੀਂ ਮੈਨੂੰ ਪੋਜੈਸ਼ਨ ਕੋਈ ਹੋਰ ਦੇ ਰਹੇ ਹੋ। ਇਹ ਬੰਦੇ ਬਹੁਤ ਵੱਡਾ ਸਕੈਮ ਆ ਜੀ ਇਹ ਚੰਡੀਗੜ੍ਹ ਦੇ ਵਿੱਚ। ਮੈਂ ਤਾਂ ਸਾਰੇ NRIs ਨੂੰ ਮਤਲਬ ਕਰਦਾ, ਆਈ ਜਸਟ ਵਾਂਟ ਟੂ ਟੀਚ them ਲੈਸਨ, ਹੈ ਨਾ। ਤੇ ਉਹ
ਕਪਿਲ ਸ਼ਰਮਾ ਦਾ ਨਾਮ ਇਹ ਜਿਹੜਾ ਤੁਸੀਂ ਐਨਆਰਆਈ ਕੋਰਟ ਵਿੱਚ ਤਾਂ ਤੁਸੀਂ ਇਹੀ ਪ੍ਰੋਬਲਮ ਲੈ ਕੇ ਗਏ ਨਾ ਕਿ ਜੀ ਮੈਨੂੰ ਜਿਹੜੀ ਜ਼ਮੀਨ ਦਾ ਪੋਜੀਸ਼ਨ ਦੇ ਰਹੇ ਨੇ ਉਹ ਜ਼ਮੀਨ ਦੂਜੀ ਹੈ, ਜਿਹੜੀ ਜ਼ਮੀਨ ਦੇ ਨਾਲ ਇਹਨਾਂ ਦਾ ਮੇਰਾ ਸੌਦਾ ਹੋਇਆ ਉਹ ਅਲੱਗ ਹੈ। ਇਹੀ ਗੱਲ ਹੈ ਕਿ ਤੁਸੀਂ ਐਨਆਰਆਈ ਕੋਰਟ ਵਿੱਚ ਗਏ ਹੋਵੋਗੇ ਨਾ। ਨਹੀਂ ਸਰ ਜੀ, ਅਜੇ ਮੈਂ ਗਿਆ ਨਹੀਂ ਉੱਥੇ। ਮੈਂ ਕੰਪਲੇਂਟ ਹਾਲ ਦੀ ਫਾਈਲ ਕੀਤੀ, ਉਹਨੂੰ ਪੇਪਰ ਵਗੈਰਾ ਸਾਰਾ ਭੇਜਣਾ। ਇਹ ਤੋਂ ਪਹਿਲਾਂ ਕਿ ਮੇਰਾ ਐਨਆਰਆਈ ਜਿਹੜਾ ਮੋਹਾਲੀ ਪੰਜਾਬ ਐਨਆਰਆਈ ਆ, ਜੇ ਅਗਰ ਉਹ ਮੇਰਾ ਕਰਦੇ ਨੇ, ਕੋਈ ਮੇਰਾ ਉੱਥੇ ਬ੍ਰਦਰ ਵੀ ਹੈਗਾ, ਮੇਰਾ ਭਤੀਜਾ ਵੀ ਹੈਗਾ, ਸੋ ਉਹ ਸਾਰੇ ਫੋਲੋ ਅਪ ਕਰ ਰਹੇ ਨੇ, ਪਰ ਕੁਝ ਨਹੀਂ ਹੋ ਰਿਹਾ। ਉਹ ਕਹਿੰਦੇ ਜਸਟ ਮਤਲਬ ਦੇ ਵੇਟ ਐਂਡ ਵਾਚ। ਕੁਝ ਬੰਦੇ ਪੋਲੀਟੀਸ਼ੀਅਨ ਇਦਾਂ ਦੇ ਆ, ਉਹ ਕਹਿੰਦੇ ਤੁਸੀਂ ਨਿਕਲੋ ਜੀ, ਵਿੱਚ ਸਾਨੂੰ ਪ੍ਰਾਪਰਟੀ ਦਿਓ, ਤੁਸੀਂ ਨਿਕਲੋ, ਅਸੀਂ ਆਪੇ ਲੈ ਲਾਂਗੇ। ਇਦਾਂ ਦੀਆਂ ਗੱਲਾਂ ਕਰ ਰਹੇ, ਕਿਉਂਕਿ ਉੱਥੇ ਪ੍ਰਾਪਰਟੀ ਪੰਜਾਬ ਟੂਰਿਜ਼ਮ ਨੇ ਕਰਤਾ, ਸਿਸਵਾ ਡੈਮ ਅਪਰੂਵ ਕਰਤਾ, ਇਸ ਕਰਕੇ ਪ੍ਰਾਪਰਟੀ ਦੀ ਵੈਲਿਊ ਵੱਧ ਰਹੀ ਹੈ, ਸਮਥਿੰਗ ਲਾਈਕ ਦੈਟ। ਸੋ ਮੈਨੂੰ ਐਵਰੀ ਟਾਈਮ ਆਈ ਲਿਸਨ ਨਿਊਜ਼ ਸਟੋਰੀਜ਼ ਹੈ ਨਾ। ਤੇ ਤੁਹਾਡੀ ਐਨਆਰਆਈ ਵਿੰਗ ਜਾਂ ਐਨਆਰਆਈ ਜਿਹੜਾ ਪੁਲਿਸ ਦਾ ਵਿੰਗ ਹੈ ਤੇ ਜਾਂ ਐਨਆਰਆਈ ਪੁਲਿਸ ਸਟੇਸ਼ਨ ਕਿਸੇ 'ਚ ਕੋਈ ਕੰਪਲੇਂਟ ਨਹੀਂ ਹੈ? ਮੇਰੀ ਹੈਗੀ ਹੈ ਜੀ, 2018 ਦੀ ਕੀਤੀ ਹੈ ਸਰ ਜੀ। ਉਹ ਕਹਿੰਦੇ ਤੁਹਾਡਾ ਫੈਸਲਾ ਹੋ ਗਿਆ ਤੇ ਤੁਹਾਡਾ ਮੈਂ ਅਸੀਂ ਆ ਕਰਤਾ। ਮੈਂ ਕਿਹਾ ਜੀ ਨਹੀਂ, ਇਹ ਮੇਰੀ ਪ੍ਰਾਪਰਟੀ ਨਹੀਂ ਹੈਗੀ। ਮੈਂ ਫਿਰ ਬਾਰ-ਬਾਰ ਉਹੀ ਈਮੇਲ ਭੇਜਣਾ। ਉੱਥੇ ਬੰਦੇ ਜਿਹੜੇ ਈਮੇਲ ਮੈਨੂੰ ਭੇਜ ਰਹੇ ਨੇ, ਜੋ ਵੀ ਹੈਲਪ ਡੈਸਕ ਤੇ ਹੈਵ ਸੇਮ ਔਨ ਦਾ ਪ੍ਰੋਟੋਕਾਲ ਜਾਂ ਉਹੀ ਮੈਨੂੰ ਈਮੇਲ ਜਾ ਕੇ ਮੈਨੂੰ ਵਾਪਸ ਕਰ ਦਿੰਦੇ ਨੇ। ਮੈਂ ਐਟਲੀਸਟ ਮੈਂ 100 ਈਮੇਲਸ ਪਾਤੀਆਂ ਹੋਣੀਆਂ ਇੱਥੋਂ, ਹੈ ਨਾ, ਵੀ ਆਈ ਜਸਟ ਵਾਂਟ ਟੂ ਸੈਂਡ ਦਮ ਰਿਮਾਈਂਡਰ, ਹੈ ਨਾ, ਕਿ ਵੀ ਸਰ ਜੀ ਮੈਂ ਫੋਲੋ ਕਰ ਰਿਹਾ, ਮੇਰਾ ਕੁਝ ਕਰੋ। ਔਰ ਮੈਂ ਆਪਣੇ ਪੇਰੈਂਟਸ ਲਈ ਲੈ ਕੇ ਦਿੱਤੀ ਸੀ ਵੀ ਚਲੋ ਠੀਕ ਹੈ, ਮੈਂ ਚੰਡੀਗੜ੍ਹ ਦਾ ਰਹਿਣ ਵਾਲਾ ਜੀ ਉੱਥੇ, ਤੇ ਵੀ ਚਲੋ ਠੀਕ ਹੈ, ਹੈ ਨਾ। ਇਹ 2017 ਦੀ ਗੱਲ ਹੈ ਇਹ। ਠੀਕ ਹੈ, ਤੁਸੀਂ ਇਹ ਡਿਟੇਲ ਸਾਨੂੰ ਭੇਜੋ ਕਾਈਂਡਲੀ, ਅਸੀਂ ਫੋਲੋ ਕਰਦੇ ਹਾਂ। ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਉਹ ਕਹੀ ਜਾਂਦੇ ਤੁਹਾਡਾ ਫੈਸਲਾ ਹੋ ਗਿਆ, ਜਦਕਿ ਤੁਸੀਂ ਕਹਿੰਦੇ ਐਸਾ ਕੋਈ ਫੈਸਲਾ ਨਹੀਂ ਹੋਇਆ। ਐਨੀਵੇ ਤੁਸੀਂ ਡਿਟੇਲਸ ਭੇਜੋ। ਇਨਫੋਰਮੇਸ਼ਨ ਤੁਸੀਂ ਸਾਨੂੰ ਦੁਬਾਰਾ ਇਹ ਕਾਲ ਕਰਨ ਮੈਂ ਤੇ ਭਾਜੀ ਲਾਈਨਾਂ ਬਿਜ਼ੀ ਨੇ, ਬੜੀ ਮਿਹਰਬਾਨੀ। ਔਰ ਇਨਫੋਰਮੇਸ਼ਨ ਤੁਸੀਂ ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਸੋ ਗੌਰਵ, ਪੰਜਾਬ ਵਿੱਚ ਅਸੀਂ ਲਾਈਨ 1 ਤੇ ਇੰਡੀਆ ਤੋਂ ਨੰਬਰ 1 ਲਾਈਨ ਹੈ। ਔਰ ਪਲੀਜ਼ ਹਾਂਜੀ, ਸਾਡੇ ਕੈਨੇਡਾ ਤੋਂ ਗਏ ਹੋਏ ਲੜਕੀ ਆ ਇੰਡੀਆ 'ਚ। ਹਾਂਜੀ ਕਾਲਰ ਲਾਈਨ 1 ਤੇ। ਹਾਂਜੀ ਸਰ। ਜੀ ਸਰ ਰੋਸ਼ਨਲਾਲ ਬੇਨਤੀ ਕਰ ਰਿਹਾ ਸਰ, ਐਸਆਈ ਰੋਸ਼ਨਲਾਲ ਜੀ ਲੁਧਿਆਣੇ ਤੋਂ ਸਰ। ਜੀ ਜੀ ਬੋਲੋ ਜੀ। ਸਰ ਡੀਜੀਪੀ ਸਾਹਿਬ ਨੂੰ ਮੇਰੇ ਵੱਲੋਂ ਜੈ ਹਿੰਦ ਜੀ। ਸਰ ਇੱਕ ਬੇਨਤੀ ਇਹ ਸੀਗੀ, ਇੱਕ ਸਰ ਮੇਰੇ ਲੜਕੇ ਦਾ ਮੈਂ ਰਿਸ਼ਤਾ ਗਿਆ, ਕੁੜੀ ਬਾਹਰ ਭੇਜੀ ਸੀ ਆਸਟ੍ਰੇਲੀਆ ਸਰ, ਉਹ ਮੁੱਕਰ ਗਈ ਸੀਗੀ ਇੱਥੇ ਆ ਕੇ। ਇਸ ਸੰਬੰਧੀ ਸਰ ਦੇ ਆਪਣੇ ਜਨਾਬ ਦੇ ਬਾਸੀ ਛੋਟੇ ਸਰ ਵੀ ਦਾ 21 ਨਵੰਬਰ ਨੂੰ ਸਰ ਪੇਸ਼ ਕੀਤਾ ਗਿਆ ਸੀਗਾ ਸਰ, ਸ਼ੋਅ ਹੋਇਆ ਸੀਗਾ ਜੀ। ਸਰ ਇਹ ਸਾਡੇ ਨਾਲ ਰਿਲੇਟਡ ਤੁਹਾਡਾ ਕੇਸ ਨਹੀਂ ਹੈ, ਕਿਉਂਕਿ ਅਸੀਂ ਐਨਆਰ ਹੈਲਪਲਾਈਨ ਜਿਹੜੀ ਆਪਰੇਟ ਕਰਦੇ ਆ ਉਹ ਕੈਨੇਡਾ ਨਾਲ ਹੈ। ਤੁਹਾਡਾ ਸਰ ਮੁਕੱਦਮਾ ਸਰ ਦਰਜ ਨਹੀਂ ਹੋ ਰਿਹਾ ਸਰ। ਸਰ ਕੋਲ ਇਹ ਬੇਨਤੀ ਹੈ ਜੀ, ਸਰ ਮੇਰੀ ਦਰਖਾਸਤ ਨੂੰ 7 ਮਹੀਨੇ ਹੋ ਗਏ ਸਰ ਕਰੀਬ ਚੱਲਦੀ ਨੂੰ। ਸਰ ਐਸਆਈ ਪੁਲਿਸ ਮਹਿਕਮੇ ਹੁੰਦੇ ਹੋਏ ਸਾਡੀ ਸਰ ਪੁਲਿਸ ਮਹਿਕਮੇ ਵਿੱਚ ਕਾਰਵਾਈ ਸਰ ਨਹੀਂ ਹੋ ਰਹੀ ਜੀ। ਸਰ ਦੋਸ਼ੀਆਂ ਪਰ ਮੁਕੱਦਮਾ ਦਰਜ ਨਹੀਂ ਹੋ ਰਿਹਾ ਸਰ। ਸਰ ਕੀ ਲੜਕੀ ਪਰ ਸਰ ਮੁਕੱਦਮਾ ਦਰਜ ਕਰਨਾ ਸਰ ਬਣਦਾ ਜਾਂ ਨਹੀਂ ਬਣਦਾ ਸਰ? ਤੁਸੀਂ ਪੁਲਿਸ ਵਿੱਚ ਹੋ? ਤੁਸੀਂ ਆਪ ਜਿਹੜੇ ਸਾਡੇ ਐਨਆਰਆਈ ਵਿੰਗ ਦੇ ਐਡੀਸ਼ਨਲ ਡੀਜੀਪੀ ਸਾਹਿਬ ਨੇ, ਏਐਸ ਰਾਏ ਸਾਹਿਬ, ਤੁਸੀਂ ਉਹਨਾਂ ਦੇ ਨਹੀਂ ਪੇਸ਼ ਹੋਏ ਕਦੀ? ਨਹੀਂ ਸਰ, ਦਰਖਾਸਤ ਸਰ ਮੈਂ ਤਾਂ ਸੀਪੀ ਸਾਹਿਬ ਦੇ ਦਫ਼ਤਰ ਦੇ ਦਿੱਤੀ ਸੀਗੀ ਪਹਿਲਾਂ ਸਰ। ਉਹ ਇੱਥੇ ਕਣਕਪੁਰੀ ਫਿਰਦੀ ਹੈ ਜੀ, ਉੱਥੇ ਸਰ ਦਰਖਾਸਤ ਦਿੱਤੀ ਹੈ। ਉਹ ਕਹਿੰਦੇ ਜਦੋਂ ਉੱਥੇ ਦਿੱਤੀ ਹੋਈ ਤਾਂ ਸਰ ਉੱਥੇ ਕਾਰਵਾਈ ਹੋਊਗੀ, ਉਸ ਤੋਂ ਬਾਅਦ ਸਾਡੇ ਕੋਲ ਦਿੱਤੀ ਦਰਖਾਸਤ ਸਰ। ਸਰ ਤੁਹਾਡੀ ਉਧਰੋਂ ਦਰਖਾਸਤ ਐਨਆਰਆਈ ਵਿੰਗ ਕੋਲ ਹੈ ਜਾਂ ਕਮਿਸ਼ਨਰ ਸਾਹਿਬ ਕੋਲ ਹੈ? ਜੀ ਸਰ, ਤੁਹਾਡੀ ਕੰਪਲੇਂਟ ਐਨਆਰਆਈ ਵਿੰਗ ਕੋਲ ਡੀਜੀਪੀ ਸਾਹਿਬ ਕਹਿੰਦੇ ਨੇ ਜਾਂ ਫਿਰ ਸੀਪੀ ਸਾਹਿਬ ਲੁਧਿਆਣੇ ਦੇ ਕੋਲ ਹੈ? ਕਮਿਸ਼ਨਰ ਸਾਹਿਬ ਕੋਲ ਹੈ ਸਰ। ਸੀਪੀ ਸਾਹਿਬ ਲੁਧਿਆਣੇ ਕੋਲ ਪਈ ਹੈ ਸਰ, ਪੈਨਿਕ ਪਈ ਹੈ ਸਰ, ਉਹਨਾਂ ਕੋਲ ਵੀ ਪਈ ਸਰ, ਪੈਨਿਕ ਪਈ ਸਰ। ਸਰ ਮੁਕੱਦਮਾ ਦਰਜ ਸਰ ਨਹੀਂ ਹੋ ਰਿਹਾ, ਕੁੜੀ ਦਾ ਵੀ ਨਹੀਂ ਹੋ ਰਿਹਾ ਸਰ। ਇਹਨਾਂ ਦੇ ਮਾਂ ਪਿਓ ਸਰ ਸਾਰੇ ਇਨਵੋਲਵ ਨੇ ਸਰ, ਕਿਸੇ ਤੇ ਮੁਕੱਦਮਾ ਸਰ ਦਰਜ ਨਹੀਂ ਹੋ ਰਿਹਾ ਸਰ ਅਜੇ ਤੱਕ ਸਰ। 7 ਮਹੀਨੇ ਹੋ ਗਏ ਜੀ। ਕਿੱਥੇ ਪੋਸਟਡ ਹੋ ਅੱਜ ਕੱਲ? ਮੈਂ ਸਰ ਪੋਸਟਡ ਲੱਗੇ ਸਰ ਮੈਂ ਤੇ ਕੋਰਟ ਕੰਪਲੈਕਸ ਲੱਗਿਆ ਸਰ। ਨਹੀਂ, ਕੋਰਟ ਕੰਪਲੈਕਸ ਲੱਗਿਆ। ਤੁਹਾਡਾ ਨੰਬਰ ਕਾਹਦਾ ਹੈ? ਜਲੰਧਰ ਲੁਧਿਆਣਾ ਪੁਲਿਸ ਦਾ ਸਰ? ਮੇਰਾ ਲੁਧਿਆਣੇ ਸਰ ਡਿਸਟ੍ਰਿਕਟ ਦਾ ਨੰਬਰ ਹੈ। ਮੈਂ ਥਾਣੇ ਸਰ ਮੁਨਸੀਪਣਾ ਵੀ ਕਰ ਰਿਹਾ ਜੀ, 12 ਸਾਲ ਤੋਂ ਮੁਨਸੀਪਣਾ ਕਰ ਰਿਹਾ ਸਰ ਥਾਣੇ 'ਚ। ਤੇ ਇਹਦੇ ਸੰਬੰਧੀ ਸਰ ਪੁਲਿਸ ਅਫਸਰ ਹੋਣ ਦੇ ਨਾਤੇ ਸਰ ਨਹੀਂ ਹੋ ਰਹੀ, ਇਸ ਕਰਕੇ ਨਹੀਂ ਹੋ ਰਹੀ ਸਰ। ਲੁਧਿਆਣਾ ਪੁਲਿਸ ਨੂੰ ਤੂੰ ਬਿਲੋਂਗ ਕਰਦਾ ਹੈ, ਤੂੰ ਤੇਰੇ ਆਪਣੇ ਵੀ ਤਾਂ ਸੀਨੀਅਰ ਹੋਣਗੇ ਉੱਥੇ, ਤੂੰ ਕੋਰਟ ਕੰਪਲੈਕਸ ਵਿੱਚ ਹੈ। ਸਰ ਮੈਂ ਸੀਨੀਅਰ ਸਾਹਿਬ ਕੋਲ ਸਰ ਪੇਸ਼ ਹੋ ਚੁੱਕਿਆ ਜੀ, ਬਸ ਕਹਿੰਦੇ ਕਰਦਾਂਗੇ ਸਰ, ਇਸ ਤਰ੍ਹਾਂ ਨਹੀਂ ਹੋ ਰਿਹਾ। ਉਹ ਲੜਕੀ ਵਾਲੇ ਬਸ ਉਹਨਾਂ ਦੀ ਦਰਖਾਸਤਾਂ ਹੀ ਪੈਂਡਿੰਗ ਪਈਆਂ ਜੀ, ਉਹ ਵੀ ਇਦਾਂ ਹੀ ਉਹ ਮੇਰੇ ਤੇ ਦੇ ਜਾਂਦੇ ਜੀ, ਇਸ ਤਰ੍ਹਾਂ ਇਹਨਾਂ ਦੇ ਹੁੰਦੇ ਯਾਰ ਪੈਂਡਿੰਗ ਜੀ ਸਰ। ਐਨੀਵੇ ਤੁਸੀਂ ਇਹ ਡਿਟੇਲਸ ਦਿਓ, ਅਸੀਂ ਪਤਾ ਕਰਾਂਗੇ ਪਲੀਜ਼ ਕਿ ਇਹ ਕਿੱਥੇ ਗੱਲ ਹੈ। ਹਾਂਜੀ ਜੀ। ਅੱਛਾ ਸਰ, ਮੈਂ ਸਾਡੇ ਸਰ ਦਫ਼ਤਰ ਸਰ ਪੇਸ਼ ਹੋ ਸਕਦਾ ਜੀ? ਹਾਂ ਕੋਈ ਗੱਲ ਨਹੀਂ, ਠੀਕ ਹੈ। ਹਾਂਜੀ ਸੌਰੀ। ਹਾਂਜੀ ਨੰਬਰ 3 ਕਾਲਰ ਪਲੀਜ਼। ਨੰਬਰ 3 ਕਾਲਰ ਤੁਸੀਂ ਲਾਈਨ ਤੇ ਹੋ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਬੋਲੋ ਜੀ। ਹਾਂਜੀ ਡੀਜੀਪੀ ਸਾਹਿਬ ਨੂੰ ਮੇਰਾ ਇੱਕ ਰਿਕੁਐਸਟ ਹੈ ਕਿ ਮੇਰੇ ਕੋਲ ਨਾ ਮੇਰੇ ਬ੍ਰਦਰ-ਇਨ-ਲਾਅ ਨੇ $38,000 ਬੋਰੋ ਕੀਤਾ ਸੀਗਾ 1-2 ਮਹੀਨੇ ਵਾਸਤੇ।
ਤੇ ਉਸ ਤੋਂ ਬਾਅਦ ਉਹਦੇ ਮਾਤਾ ਜੀ ਮੇਰੇ ਕੋਲ ਰਹਿੰਦੇ ਸੀ ਇੱਥੇ 30-32 ਸਾਲ ਤੋਂ, ਤੇ ਮੇਰਾ ਯਾਦ ਹੀ ਭੁੱਲ ਗਿਆ ਵੀ ਦਿੱਤੇ ਪੈਸੇ। ਮਾਤਾ ਜੀ ਦੀ ਡੈਥ ਹੋ ਗਈ 2016 ਦੇ ਵਿੱਚ, ਤੇ ਅਸੀਂ ਉਹਨਾਂ ਨੂੰ ਫੋਨ ਕੀਤਾ ਮੇਰੀ ਵਾਈਫ ਨੇ ਵੀ ਅਸੀਂ ਮਾਤਾ ਜੀ ਦੀਆਂ ਅਸਥੀਆਂ ਪਾਉਣ ਆਉਣਾ ਵਾ ਤੇ ਪੈਸੇ ਤਿਆਰ ਰੱਖਿਓ। ਉਹ ਕਹਿੰਦਾ ਕਿਹੜੇ ਪੈਸੇ? ਇਹ ਕਹਿੰਦੀ ਵੀ ਜਿਹੜੇ ਪੈਸੇ ਤੈਨੂੰ ਦਿੱਤੇ ਸੀਗੇ, ਤੇ ਇਹਨੂੰ ਵੀ ਗਾਲਾਂ ਕੱਢੀਆਂ, ਮੈਨੂੰ ਵੀ ਗਾਲਾਂ ਕੱਢੀਆਂ, ਜਾਣੀ ਉਹ ਕਹਿੰਦਾ ਮੌਕੇ ਵੜ ਕੇ ਵਿਖਾਓ ਤੇ ਤੁਹਾਨੂੰ ਮਿਲ ਕੇ ਮੈਂ ਜਾਨੋਂ ਮਾਰ ਦੇਣਾ, ਮੈਂ ਪੈਸੇ ਵੀ ਨਹੀਂ ਦੇ ਰਿਹਾਗਾ ਤੇ ਗਾਲਾਂ ਵੀ ਬਹੁਤ ਕੱਢ ਰਿਹਾ ਵਾ। ਤੁਹਾਡੀ ਕਿੰਨੀ ਉਮਰ ਸਰ ਸਾਹਿਬ? ਮੇਰੀ 70 ਸਾਲ ਦੇ ਕਰੀਬ ਹੈ ਜੀ। ਵੈਰੀ ਸੈਡ। ਇਹ ਕਿੰਨਾ ਪੁਰਾਣਾ ਕੇਸ ਹੈ? ਕਿੰਨੇ ਸਾਲ ਪਹਿਲਾਂ ਦਿੱਤੇ ਸੀ? 2010 ਦੇ ਵਿੱਚ, ਕਿਉਂਕਿ ਮੈਨੂੰ ਤਾਂ ਯਾਦ ਭੁੱਲ ਗਿਆ ਸੀ ਮੈਂ ਪੈਸੇ ਦਿੱਤੇ ਆ ਉਹਨੂੰ, ਤੇ ਕਿਉਂਕਿ ਇਹਨਾਂ ਭੈਣਾਂ ਭਰਾਵਾਂ ਦਾ ਆਪਸ ਵਿੱਚ ਦੀ ਮਤਲਬ ਕਿ ਮੈਂ ਕਿਹਾ ਮੋੜ ਤੇ ਹੋਣਗੇ। ਤੇ ਜਦੋਂ ਉਹਨਾਂ ਦੀ ਮਾਤਾ ਜੀ ਦੀ ਡੈਥ ਹੋਈ 2016 ਦੇ ਵਿੱਚ, ਤੇ ਇਹਨਾਂ ਨੇ ਫੋਨ ਕੀਤਾ ਕਿ ਵੀ ਪਵਨ ਪੈਸੇ ਤਿਆਰ ਰੱਖੀ, ਅਸੀਂ ਮਾਤਾ ਜੀ ਦੀ ਅਸਥੀਆਂ ਪਾਉਣ ਆਉਣਾ। ਮੈਂ ਉਹਨੇ ਤਾਂ ਗਾਲਾਂ ਇੰਨੀਆਂ ਕੱਢੀਆਂ, ਅਸੀਂ ਹਸਪਤਾਲ 'ਚ ਗਏ ਆ ਤੇ ਉੱਥੇ ਵੀ ਉਹਨੇ ਸਾਨੂੰ ਗਾਲਾਂ ਕੱਢੀਆਂ, ਬੰਦੇ ਲੈ ਕੇ ਆ ਗਿਆ ਸਾਨੂੰ ਮਾਰਨ ਵਾਸਤੇ। ਮਾਤਾ ਜੀ ਦੀਆਂ ਉਹਦੀਆਂ ਅਸਥੀਆਂ ਅਸੀਂ ਲੈ ਕੇ ਗਏ ਆ ਤੇ ਮਾਰਨ ਸਾਨੂੰ ਪੈ ਗਿਆ ਉੱਥੇ। ਮਸਾਂ ਸਾਡਾ ਡਰਾਈਵਰ ਉੱਥੋਂ ਕੱਢ ਕੇ ਗਿਆ ਤੇ ਅਸੀਂ ਉੱਥੇ ਪੁਲਿਸ ਲੱਗੇ ਕੰਪਲੇਂਟ ਕਰਨ, ਤੇ ਮੇਰੀ ਵਾਈਫ ਕਹਿੰਦੀ ਆਪਾਂ ਅਸਥੀਆਂ ਪਾਉਣ ਆਏ ਆ 2 ਵੀਕ ਵਾਸਤੇ ਤੇ ਆਪਾਂ ਕਿਉਂ ਪੰਗਾ ਲੈਣਾ। ਮੈਂ ਤੇ ਵੀ ਗਾਲਾਂ ਕੱਢ ਨੇ, ਆਪਦਾ ਮੂੰਹ ਗੰਦਾ ਕੀਤਾ ਵਾ। ਮੁੜ ਕੇ ਉਹਨੇ 2-3 ਵਾਰੀ ਫੋਨ ਕਰਕੇ ਸਾਨੂੰ ਧਮਕੀ ਦਿੱਤੀ ਵੀ ਜੇ ਤੁਸੀਂ ਪੈਸਿਆਂ ਦਾ ਨਾ ਕਿਸੇ ਕੋਲ ਲਿਆ ਤੇ ਮੈਂ ਤੁਹਾਨੂੰ ਐਂ ਕਰ ਦੂੰਗਾ, ਉਹ ਕਰ ਦੂੰਗਾ। ਤੇ ਹੁਣ ਸਰ ਜੀ ਅਸੀਂ ਮਤਲਬ ਕਿ ਨਾ ਵੀ ਡਰਦੇ ਪੰਜਾਬ ਨਹੀਂ ਆਉਂਦੇ ਵੀ ਇੱਕ ਤਾਂ ਪੈਸੇ ਦੇਤੇ ਆ ਤੇ ਦੂਜਾ ਮਤਲਬ ਕਿ ਵੀ ਗਾਲਾਂ ਇੰਨੀਆਂ ਕੱਢ ਰਿਹਾ ਉਹ। ਪਹਿਲਾਂ ਬੜੀ ਪੁਰਾਣੀ ਗੱਲ ਹੋਣੀ ਹੈ ਜਿਹੜੀ ਤੁਸੀਂ ਕਹਿੰਦੇ ਹੋ ਵੀ ਤੁਸੀਂ ਅਸਥੀਆਂ ਵਗੈਰਾ ਪੰਜਾਬ ਦੇ, ਕਿੰਨੀ ਦੇਰ ਪਹਿਲਾਂ ਦੀ ਗੱਲ? ਇਹ 2016 ਦੇ ਵਿੱਚ ਅਸੀਂ ਸਰ ਜੀ ਆਏ, 2017 ਦੇ ਵਿੱਚ ਜਨਵਰੀ ਦੇ ਵਿੱਚ ਅਸੀਂ ਆਏ ਸੀਗੇ ਅਸਥੀਆਂ ਪਾਉਣ ਮਾਤਾ ਜੀ ਦੀਆਂ। ਤੇ ਇਹ 3 ਭਰਾ ਵਾ। ਕੋਈ ਫਾਰਮਲ ਕੰਪਲੇਂਟ ਨਹੀਂ ਕੀਤੀ ਪੁਲਿਸ ਦੇ? ਨਹੀਂ, ਕੰਪਲੇਂਟ ਤਾਂ ਕਰਦੇ ਨਾ ਜੇ ਅਸੀਂ ਲੌਂਗਰ ਪੀਰੀਅਡ ਆਫ ਟਾਈਮ ਰਹਿਣਾ ਹੁੰਦਾ ਸੀ। 3 ਵੀਕ ਵਾਸਤੇ ਗਏ ਸੀਗੇ ਤੇ ਅਸਥੀਆਂ ਪਾਈਆਂ, ਮੁੜ ਕੇ ਜਿਵੇਂ ਅੱਜ ਵੀ ਤਾਂ ਤੁਸੀਂ ਇੱਥੇ ਗੱਲ ਕਰ ਰਹੇ ਹੋ ਤੇ ਕੰਪਲੇਂਟ ਤਾਂ ਤੁਸੀਂ ਉੱਥੇ ਹੀ ਕਰਨੀ ਹੈ, ਨਹੀਂ ਕਿ ਇੰਡੀਆ ਜਾ ਕੇ ਕਰਨੀ ਹੈ। ਤੁਸੀਂ ਕੋਈ ਨਹੀਂ ਕੰਪਲੇਂਟ ਅੱਗੇ ਕੀਤੀ? ਨਹੀਂ, ਕੰਪਲੇਂਟ ਤਾਂ ਕਰਦੇ ਨਾ ਜੀ ਅਸੀਂ ਉੱਥੇ ਰਹਿਣਾ ਹੁੰਦਾ। ਤੇ ਅਸੀਂ 2 ਵੀਕ 3 ਵੀਕ ਵਾਸਤੇ ਗਏ ਆ ਤੇ ਉਹਨੇ ਇੱਥੇ ਹਸਪਤਾਲ ਸਾਹਮਣੇ ਇੰਨੀਆਂ ਗਾਲਾਂ ਕੱਢੀਆਂ ਵੀ ਤੁਸੀਂ ਆ ਗਏ ਇੱਥੇ ਵੱਡੇ ਫਨ ਨੇ ਜੇ ਢਿੰਗੜਾ ਬਹੁ ਆਪਦੀ ਭੈਣ ਨੂੰ ਗਾਲਾਂ ਕੱਢੀਆਂ, ਮੈਨੂੰ ਗਾਲਾਂ ਕੱਢੀਆਂ। ਤੇ ਸਾਡੀ ਪੋਜੀਸ਼ਨ ਉੱਥੇ ਇਹੋ ਜਿਹੀ ਸੀਗੀ ਕਿਉਂਕਿ ਸਾਰੇ ਇਸ ਤਰ੍ਹਾਂ ਇਕੱਠੇ ਹੋਏ ਸੀਗੇ, ਸਾਰੇ ਕਹਿਣ ਲੱਗੇ ਵੀ ਕੋਈ ਨਹੀਂ ਤੁਸੀਂ ਨਾ ਮਤਲਬ ਕਿ ਵੀ ਜਾਣ ਦਿਓ, ਬੱਚਾ ਵਾ ਤੁਹਾਡੇ ਬੱਚਿਆਂ ਵਰਗਾ। ਸਰਦਾਰ ਸਾਹਿਬ ਆਪਾਂ ਗੱਲਾਂ ਰਿਪੀਟ ਕਰਾਂ, ਡੀਜੀਪੀ ਸਾਹਿਬ ਕੋਲ ਸਮਾਂ ਘੱਟ ਹੈ। ਅਸੀਂ ਜਦ ਤੁਸੀਂ ਸਾਨੂੰ ਕਾਲ ਕਰਨਾ 6 ਵਜੇ ਅਸੀਂ ਤੁਸੀਂ ਇਹਦੇ ਬਾਰੇ ਕੰਪਲੇਂਟ ਭੇਜੋ ਰਿਟਨ, ਇਹਨੂੰ ਦੇਖਦੇ ਹਾਂ। ਹਾਂਜੀ ਭੇਜ ਦਿੰਦਾ ਜੀ, ਪਲੀਜ਼। ਹਾਂਜੀ, ਨੰਬਰ 4 ਕਾਲਰ ਪਲੀਜ਼। ਹਾਂਜੀ ਤੁਸੀਂ ਲਾਈਨ ਤੇ ਹੋ ਜੀ, ਬੋਲੋ ਮੈਡਮ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰੀ ਕੰਪਲੇਂਟ ਕੀਤੀ ਹੋਈ ਆ ਲੁਧਿਆਣੇ, ਮੈਂ ਲੁਧਿਆਣੇ ਤੋਂ ਹੈਗੀ ਆ। ਮੇਰੀ ਕੰਪਲੇਂਟ ਮੇਰੇ ਮਦਰ ਤੇ ਮੇਰੇ 2 ਬ੍ਰਦਰ ਤੇ ਮੇਰੀ ਸਿਸਟਰ ਇਨ ਲਾ 4 ਜਾਣਿਆਂ ਦੇ ਖਿਲਾਫ ਹੈਗੀ ਆ। ਤੇ ਮੈਂ ਪਲਾਟ ਲਿੱਤਾ ਸੀ ਇੰਡੀਆ ਦੇ ਵਿੱਚ, ਸੋ ਉਹਨਾਂ ਮੈਥੋਂ 18 ਲੱਖ ਰੁਪਈਆ ਲਿਆ ਸੀ ਪਲਾਟ ਲੈਣ ਦਾ, ਜਦ ਕਿ ਉਹ 9 ਲੱਖ ਦਾ ਪਲਾਟ ਆਇਆ ਸੀ। ਤੇ ਮੇਰੀ ਮੈਰਿਜ ਦਾ ਜਿੰਨਾ ਗੋਲਡ ਆ ਉਹ ਮੇਰੇ ਮਦਰ ਤੇ ਮੇਰੀ ਭਾਬੀ ਕੋਲ ਆ, ਤੇ 17 ਲੱਖ ਰੁਪਈਆ ਇਹਨਾਂ ਮੈਥੋਂ ਹੱਥਦਾਰ ਲਿਆ ਸੀਗਾ। ਤੇ ਮੇਰੇ ਬ੍ਰਦਰ ਨੇ USA ਦਾ ਵੀਜ਼ਾ ਲਿੱਤਾ, ਮੇਰੇ ਸਰਟੀਫਿਕੇਟ ਇੰਡੀਆ ਪਏ ਸੀਗੇ, ਐਜੂਕੇਸ਼ਨ ਸਰਟੀਫਿਕੇਟ, ਉਹਨੇ ਮੇਰਾ ਨਾਂ ਐਡਿਟ ਕਰਕੇ ਉਹਨੇ ਆਪਣਾ ਨਾਂ ਉੱਥੇ ਐਡਿਟ ਕਰਕੇ ਆਪਣਾ ਨਾਂ ਉਹਨੇ ਉਹਦਾ USA ਦਾ ਵੀਜ਼ਾ ਲਿੱਤਾ। ਮੇਰੀ ਕੰਪਲੇਂਟ ਪਾਈ ਹੋਈ ਹੈ ਪਰ ਮੇਰਾ ਹਾਲੇ ਤੱਕ ਕੁਛ ਨਹੀਂ ਹੋਇਆ, ਉਹਨਾਂ ਤੇ ਕੋਈ ਪਰਚੇ ਨਹੀਂ ਹੋ ਰਹੇ। ਤੁਹਾਨੂੰ ਵੀ ਇੱਕ ਫਾਰਮਲ ਕੰਪਲੇਂਟ ਲੌਂਚ ਕਰਨੀ ਪੈਣੀ ਹੈ? ਮੈਂ ਕੀਤੀ ਆ, ਹਾਂਜੀ। ਹੁਣ ਮੈਂ ਸਿੱਧੀ ਦਸੰਬਰ ਦੇ ਵਿੱਚ ADGP ਰਾਏ ਸਰ ਨਾਲ ਵੀ ਗੱਲ ਕੀਤੀ ਆ, ਉਹਨਾਂ ਨੂੰ ਕੰਪਲੇਂਟ ਵੀ ਕੀਤੀ ਆ, ਪਰ ਉਹ ਉੱਥੇ ਬੁਲਾਉਂਦੇ ਆ, ਉਹ ਕਹਿੰਦੇ ਆ ਕਿ ਇਹ ਮੁੱਕਰ ਹੀ ਗਏ, ਅਸੀਂ ਕੀ ਕਰੀਏ ਹਨਾ। ਹੁਣ ਬਟ ਕਿ ਮੇਰੇ ਕੋਲੇ ਵਿਟਨੈਸ ਵੀ ਹੈਗੇ ਆ ਤੇ ਉਹ ਵਿਟਨੈਸਾਂ ਤੋਂ ਕੁਝ ਪੁੱਛ ਹੀ ਨਹੀਂ ਰਹੇ ਹੈਗੇ ਹਨਾ। ਜਿੱਦਾਂ ਪਿੰਡ ਦਾ ਸਰਪੰਚ ਆ ਉਹਨੂੰ ਵਿਟਨੈਸ ਤੋਂ ਇਲਾਵਾ ਕੋਈ ਡਾਕੂਮੈਂਟਰੀ ਐਵੀਡੈਂਸ? ਵਿਟਨੈਸ ਤਾਂ ਤੁਹਾਨੂੰ ਪਤਾ ਵੀ ਉਹ ਦੂਜੀ ਪਾਰਟੀ ਵੀ ਵਿਟਨੈਸ ਲੈ ਆਉਂਦੀ ਹੈ। ਨਹੀਂ, ਉਹਨਾਂ ਕੋਲੇ ਕੋਈ ਵਿਟਨੈਸ ਹੈ ਨਹੀਂ, ਉਹਨਾਂ ਨਾਲ ਕੋਈ ਤੁਰਦਾ ਹੀ ਨਹੀਂ ਹੈਗਾ ਕਿਉਂਕਿ ਸਭ ਨੂੰ ਪਤਾ ਕੋਈ ਵੀ ਉਹਨਾਂ ਕੋਲੇ ਹੈ ਨਹੀਂਗਾ। ਜਿਹਨੂੰ ਪੁਲਿਸ ਮੈਂ ਉਹਨਾਂ ਨੂੰ ਕਿਹਾ ਇਹਨਾਂ ਨੂੰ ਕੋਲ ਲੈ ਕੇ ਆਓ, ਕਹਿ ਦਿੰਦੇ ਸਾਡੀ ਬਣਦੀ ਨਹੀਂ ਕਿਸੇ ਨਾਲ। ਉਹਨਾਂ ਕੋਲੇ ਇੱਕ ਵੀ ਵਿਟਨੈਸ ਨਹੀਂ ਹੈਗਾ ਕਿਉਂਕਿ ਪਿੰਡ ਦੇ ਸਰਪੰਚ ਤੋਂ ਕੋਈ ਨਹੀਂ ਹੋ ਸਕਦਾ ਨਾ। ਤੁਹਾਡੀ ਮਦਰ ਹੀ ਅਗੇਂਸਟ ਹੈ ਤੁਹਾਡੀ? ਹਾਂਜੀ, ਮੇਰੇ ਮਦਰ, ਮੈਂ ਹਾਂਜੀ ਈਵਨ ਕਿ ਜਿਹੜੀ ਉਹਨਾਂ ਦੀ ਪ੍ਰਾਪਰਟੀ ਹੈ ਮੇਰੇ ਦਾਦਾ ਜੀ ਦੀ ਹਨਾ, ਸੋ ਉਹ ਵੀ ਮੈਂ ਉਹਨਾਂ ਨੂੰ ਸਾਈਨ ਕਰਕੇ ਦੇ ਆਈ ਸੀਗੀ ਕਿ ਮੈਨੂੰ ਨਹੀਂ ਚਾਹੀਦੀ ਹੈਗੀ, ਤੁਸੀਂ ਲੈ ਲਓ ਇਹ।
ਕਾਲਰ ਡੀਜੀਪੀ ਸਾਹਿਬ ਕਹਿ ਰਹੇ ਨੇ ਕਿ ਤੁਹਾਡੀ ਮਦਰ ਵੀ ਤੁਹਾਡੇ ਅਗੇਂਸਟ ਆ। ਹਾਂਜੀ 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 ਵੈਰੀ ਸੈਡ ਪਾਰਟ। ਤੁਸੀਂ ਨੇ 6 ਵਜੇ ਕਾਲ ਕਰਨਾ ਤਾਂ ਡੀਜੀਪੀ ਸਾਹਿਬ ਨੂੰ ਇੱਕ ਤੁਸੀਂ ਡਾਇਰੈਕਟ ਈਮੇਲ ਕਰੋ, ਤੁਹਾਨੂੰ ਅਸੀਂ ਗਾਈਡ ਕਰਾਂਗੇ ਔਰ ਤੁਹਾਨੂੰ ਫਿਰ ਉਸ ਤੋਂ ਬਾਅਦ ਡੀਜੀਪੀ ਸਾਹਿਬ ਤੁਹਾਡੇ ਨਾਲ ਸੰਪਰਕ 'ਚ ਤੁਸੀਂ ਰਹੋਗੇ ਆਪਸ ਵਿੱਚ ਹੀ। ਠੀਕ ਹੈ ਕਾਲਰ, ਮਿਹਰਬਾਨੀ। ਹਾਂਜੀ ਅਸੀਂ ਬਹੁਤ ਬਿਹਾਈਂਡ ਜਾ ਰਹੇ ਹਾਂ ਸਰ, 2 ਹੋਰ ਕਾਲ ਲਵਾਂਗੇ ਅਸੀਂ। ਨੰਬਰ 5 ਕਾਲਰ ਪਲੀਜ਼। ਨੰਬਰ 5 ਕਾਲਰ ਗੋ ਹੈਡ ਪਲੀਜ਼। ਸਿਰ ਸਾਹਿਬ ਨੰਬਰ 5 ਕਾਲਰ ਤੁਹਾਡੀ ਗੱਲ ਨਹੀਂ ਕਰ ਰਹੇ। ਹੈਲੋ ਨੰਬਰ 6 ਕਾਲਰ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਜੀ ਜੀ ਬੋਲੋ ਸਰ। ਮੇਰਾ ਨਾਮ ਤਰਲੋਚਨਾ, ਮੈਂ ਇੰਡੀਆ ਨਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਮਕਾਨ ਬਣਾਉਣ ਲਈ 18-19 ਲੱਖ ਰੁਪਈਆ ਦਿੱਤਾ ਸੀ ਬੰਦੇ ਨੂੰ, ਤੇ ਉਹ ਬੰਦਾ ਪੈਸੇ ਲੈ ਗਿਆ ਤੇ ਨਾ ਉਹ ਮਕਾਨ ਬਣਾ ਰਿਹਾ, ਅੱਧ ਵਿਚਾਲੇ ਛੱਡ ਗਿਆ ਤੇ ਨਾ ਉਹ ਆ ਰਿਹਾ ਨਾ ਵਾਸਤਾ। ਤੇ ਉੱਥੇ ਮੈਂ ਚੰਡੀਗੜ੍ਹ ਕੰਪਲੇਂਟ ਕੀਤੀ ਸੀ, ਬਟ ਉਹ ਹੁਸ਼ਿਆਰਪੁਰ ਮਾਰਕ ਹੋਈ ਆ ਕੋਈ ਹਰਦੀਪ ਸਿੰਘ ਆ। ਉਹ ਮੈਨੂੰ ਰੋਜ਼ ਮੈਂ ਉਹਨੂੰ ਫੋਨ ਕਰਦਾ, ਉਹ ਸਵੇਰੇ ਕਹਿੰਦਾ ਸਵੇਰ ਨੂੰ, ਉਹ ਕੱਲ ਨੂੰ ਆਉਣਾ ਜੀ, ਉਹਨਾਂ ਨੇ ਪਰਸੋਂ ਨੂੰ ਆਉਣਾ ਜੀ। ਨਾ ਉਹ ਬੰਦੇ ਆ ਰਹੇ ਆ, ਨਾ ਕੰਮ ਕਰ ਰਹੇ, ਨਾ ਉਹ ਸਾਡੇ ਨਾਲ ਹਿਸਾਬ ਕਰ ਰਿਹਾ ਕੋਈ ਵੀ। ਕੋਈ ਨਹੀਂ, ਇਹਨੂੰ ਫੋਲੋ ਕਰਦੇ ਹਾਂ ਜੀ। ਜਿਹੜਾ ਉਹ ਕੋਈ ਪੁਲਿਸ ਮੁਲਾਜ਼ਮ ਹੀ ਹੋਣਾ ਜਿਹਨੂੰ ਮਾਰਕ ਹੋਈ ਹੈ, ਪਲੀਜ਼ ਪਤਾ ਕਰ ਦਿਓ। ਹਾਂਜੀ ਜੀ, ਹਾਂਜੀ ਹਰਦੇਵ ਸਿੰਘ ਨੂੰ ਹੋਈ ਹੈ ਜੀ। ਠੀਕ ਹੈ ਜੀ, ਚੈੱਕ ਕਰਾਂਗੇ। ਡੀਜੀਪੀ ਸਾਹਿਬ ਕਹਿੰਦੇ ਨੇ ਕਿ ਚੈੱਕ ਕੀਤਾ ਜਾਊਗਾ। ਨੰਬਰ 1 ਕਾਲਰ ਪਲੀਜ਼। ਨੰਬਰ 1 ਕਾਲਰ। ਹਾਂਜੀ ਤੁਸੀਂ ਸਤਿ ਸ੍ਰੀ ਅਕਾਲ ਡੀਜੀਪੀ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਬੋਲੋ ਜੀ। ਜੀ ਮੇਰਾ ਕੇਸ ਸਾਡੇ ਤੇ ਨਜਾਇਜ਼ ਇੱਕ ਪਾਇਆ ਸੀ 95 ਦੇ ਵਿੱਚ ਪਾਇਆ ਸੀਗਾ, ਰੇਪ ਦਾ ਕੇਸ ਜੀ, ਤੇ ਉਹਦਾ ਕੋਈ ਹੱਲ ਹੋ ਸਕਦਾ ਜੀ? ਬਹੁਤ ਲੌਂਗ ਟਾਈਮ ਹੋ ਗਿਆ ਜੀ। ਰੇਪ ਦਾ ਕੇਸ ਤਾਂ ਬਹੁਤ ਸੀਰੀਅਸ ਮਾਮਲਾ। ਹਾਂਜੀ ਨਜਾਇਜ਼ ਪਾਇਆ ਸੀ, ਜਿਹੜਾ ਮੁੰਡੇ ਨਾਲ, ਜਿਹਦੀ ਮੁੰਡੇ ਦੀ ਗਰਲਫ੍ਰੈਂਡ ਸੀਗੀ, ਉਹਨਾਂ ਸੀਗੀ ਉਹਦੀ ਗੱਲਬਾਤ, ਤੇ ਸਾਡੇ ਨਾਲ ਮੁੰਡਾ ਉਹ ਬਹਿੰਦਾ ਉੱਠਦਾ ਸੀਗਾ, ਤੇ ਸਾਡੇ ਤੇ ਨਾਂ ਲਿਖਾਤਾ ਟੌਟ ਨੇ, ਕਿਸੇ ਜਿਹੜਾ ਪਿੰਡ ਦਾ ਟੌਟ ਸੀ, ਉਹਨੇ ਪੈਸੇ ਪੂਰੇ ਖਾਣ ਮਾਰੇ, ਅਸੀਂ ਬਾਹਰ ਆਉਣਾ ਸੀ, ਸਾਡਾ ਨਾਂ ਲਿਖਾਤਾ ਸੀ ਉਹਨੇ। ਉਦੋਂ ਤੁਸੀਂ ਕੇਸ ਦੀ ਪੈਰਵੀ ਨਹੀਂ ਕੀਤੀ? ਉਸ ਕੇਸ 'ਚ ਤੁਹਾਨੂੰ ਕੀ ਪੀਓ ਡਿਕਲੇਅਰ ਕੀਤਾ ਹੈ? ਕੀ ਹੋਇਆ? ਹਾਂਜੀ ਨਹੀਂ 2 ਸਾਲ ਕੱਟੇ ਵੀ ਸੀ, ਜੇਲ੍ਹ ਵੀ ਕੱਟੀ ਸੀਗੀ ਆਪਾਂ, 2 ਸਾਲ ਕੈਦ ਹੋ ਗਈ ਸੀਗੀ, ਤੇ ਫਿਰ ਬਾਹਰ ਆ ਗਿਆ, ਫਿਰ ਬਾਹਰ ਮੁੜ ਕੇ ਗਏ ਹੀ ਨਹੀਂ। ਮਤਲਬ ਤੁਸੀਂ ਪੂਰੀ ਸਜ਼ਾ ਨਹੀਂ ਕੱਟੀ ਵਿੱਚੋਂ ਹੀ? ਨਹੀਂ ਪੂਰੀ ਨਹੀਂ ਕੱਟੀ, 7 ਸਾਲ ਹੋਈ ਸੀਗੀ, 2 ਸਾਲ ਵਿੱਚੋਂ ਕੱਟਿਓ ਸੀ। ਜਿੱਦਾਂ ਦੇਖੋ ਕਾਨੂੰਨ ਤਾਂ ਇਸ ਨੂੰ ਬਹੁਤ ਸੀਰੀਅਸਲੀ ਮੰਨਦਾ ਹੈ ਕਿ ਆਫਟਰ ਤੁਹਾਨੂੰ ਪ੍ਰੋਪਰ ਸਜ਼ਾ ਮਿਲੀ ਹੋਈ ਹੈ ਔਰ ਤੁਸੀਂ ਉਹ ਸਜ਼ਾ ਨਹੀਂ। ਜਿਹੜਾ ਮੇਨ ਮੁੰਡਾ ਜੀ ਸਾਹਿਬ ਜੀ, ਉਹਨੇ ਕੱਟ ਲਈ ਆ ਸਜ਼ਾ ਹੁਣ ਜੀ। ਉਹਦੇ ਨਾਲ ਤਾਂ ਨਹੀਂ ਕੋਈ ਫਰਕ ਪੈਣਾ ਨਾ, ਸਜ਼ਾ ਤਾਂ ਤੁਹਾਨੂੰ ਵੀ ਹੋਈ ਹੈ। ਜਾਂ ਤਾਂ ਤੁਸੀਂ ਹਾਇਰ ਕੋਰਟ 'ਚ ਜਾ ਕੇ ਉਹ ਸਜ਼ਾ ਨੂੰ ਟਰਨ ਕਰਾਉਂਦੇ, ਅੱਜ ਦੀ ਡੇਟ 'ਚ ਤੁਹਾਡੇ ਨਾਮ ਤੇ ਉਹ ਸਜ਼ਾ ਸਟੈਂਡ ਕਰਦੀ ਹੈ। ਦੂਜੀ ਗੱਲ ਹੈ, ਜਿਹੜਾ ਬੰਦਾ ਏਦਾਂ ਵਿੱਚੋਂ ਭੱਜ ਜਾਵੇ, ਉਹਨੇ ਇੱਕ ਦੂਜਾ ਕ੍ਰਾਈਮ ਕਮਿਟ ਕਰਤਾ, 2 ਕ੍ਰਾਈਮ ਹੋ ਗਏ ਨਾ। ਇੱਕ ਤਾਂ ਤੁਹਾਡਾ ਪਹਿਲਾ ਰੇਪ ਵਾਲਾ ਕ੍ਰਾਈਮ, ਦੂਜਾ ਉੱਥੋਂ ਦੀ ਵੀ ਤੁਸੀਂ ਕਾਨੂੰਨ ਤੋਂ ਭੱਜ ਆਏ ਹੋ। ਇਹ ਤਾਂ ਤੁਹਾਨੂੰ ਕੋਈ ਚੰਗਾ ਵਕੀਲ ਹੀ ਜਿਹੜਾ ਹਾਈ ਕੋਰਟ ਜਾਏ, ਹਾਈ ਕੋਰਟ ਵੀ ਤੁਹਾਨੂੰ ਕਹੂਗਾ, ਜੇ ਮੰਨ ਲਓ ਤੁਸੀਂ ਹਾਈ ਕੋਰਟ 'ਚ ਐਪਲੀਕੇਸ਼ਨ ਪਾਓਗੇ, ਹਾਈ ਕੋਰਟ ਤੁਹਾਨੂੰ ਕਹੂਗਾ ਪਹਿਲਾਂ ਸਰੈਂਡਰ ਕਰੋ, ਇੱਥੇ ਆਓ, ਠੀਕ ਹੈ, ਉਹਦੇ ਬਾਅਦ ਦੇਖੋ ਤੁਹਾਨੂੰ ਵੀ ਅਸੀਂ ਤੁਹਾਨੂੰ ਹੈਲਪ ਕਰ। ਪਰ ਹਾਈ ਕੋਰਟ ਤੋਂ ਵੀ ਕੇਸ ਰਹਿ ਗਿਆ ਜੀ, ਇਹ ਸੁਪਰੀਮ ਕੋਰਟ ਲਾਇਆ ਸੀ, ਮੁੜ ਕੇ ਉਹਨੂੰ ਕਹਿੰਦੇ ਸਿਲੰਡਰ ਕਰੋ, ਮੁੜ ਕੇ। ਕਾਲਰ ਤੁਸੀਂ ਸਾਨੂੰ ਕਾਲ ਕਰਨਾ, ਸਾਨੂੰ ਥੋੜੀ ਐਡਵਾਈਸ ਕਰ ਸਕਦੇ ਇਸ ਮਾਮਲੇ ਬਾਰੇ, ਮਿਹਰਬਾਨੀ। ਠੀਕ ਹੈ ਜੀ। ਅਸੀਂ ਲਾਸਟ ਕਾਲ ਲਵਾਂਗੇ ਡੀਜੀਪੀ ਸਾਹਿਬ ਨਾਲ। ਲਾਸਟ ਕਾਲਰ ਤੁਸੀਂ ਲਿਖੀ ਹੋ, ਦੂਜੇ ਕਾਲਰ ਡ੍ਰੌਪ ਕਰਾਂਗੇ। ਨੰਬਰ 5 ਕਾਲਰ ਪ੍ਰੋਸੀਡ ਕਰੋ। ਸਤਿ ਸ਼੍ਰੀ ਅਕਾਲ ਡੀਜੀ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਮੈਂ ਮਨਜਿੰਦਰ ਸਿੰਘ ਰੰਗੀ ਹੈ ਜੀ ਮੇਰਾ ਨਾਮ, ਤੇ ਪੱਟੀਆਂ ਪਿੰਡ ਆ ਲੁਧਿਆਣੇ ਦੇ ਨੇੜੇ, ਉੱਥੇ ਜ਼ਮੀਨ ਸੀਗੀ ਜੀ ਮੇਰੇ ਸਾਲੇ ਦੀ, ਤੇ ਮੈਂ ਉਹਦਾ ਮੁਖਤਿਆਰੇ ਆਮ ਹੈਗਾ। ਤੇ ਇੱਥੇ ਕੇਸ ਦਿੱਤਾ ਸੀਗਾ ਕਿਉਂਕਿ ਉਹਨਾਂ ਨੇ ਝੂਠਾ ਇਕਰਾਰਨਾਮਾ ਬਣਾ ਕੇ, ਝੂਠੇ ਸਾਈਨ ਕਰਕੇ ਉਹ ਜ਼ਮੀਨ ਤੇ ਕਬਜ਼ਾ ਕਰ ਲਿਆ ਸੀਗਾ, ਤੇ ਉਹਦੀ ਕਈ ਸਾਲ ਹੁਣ ਕੇਸ ਚੱਲਿਆ। ਵਕੀਲਾਂ ਦੇ ਕੋਲ ਮੈਂ ਕਾਫੀ ਵਾਰੀ ਖੁਦ ਜਾ ਕੇ ਉਹਨਾਂ ਨੂੰ ਪ੍ਰੂਫ ਦਿੱਤੇ ਹੈਗੇ ਆ, ਪਰ ਉਹਨਾਂ ਨੇ ਕਦੇ ਵੀ ਉਹ ਸਾਈਨ ਟੈਸਟ ਨਹੀਂ ਕਰਵਾਏ ਜਿਹੜੇ ਝੂਠੇ ਇਕਰਾਰਨਾਮੇ ਤੇ ਸੀ ਜਾਂ ਓਰੀਜਨਲ ਸਾਈਨ ਸੀਗੇ। ਤੇ ਉਸ ਤੋਂ ਬਾਅਦ ਹੁਣ ਮੈਂ ਇੱਥੇ ਹੁਣ ਕਰੋਨਾ ਕਰਕੇ ਮੈਂ ਉੱਥੋਂ ਫਿਰ ਪਟਿਆਲੇ ਤੋਂ ਕਰਵਾਏ ਸੀ। ਉਹ ਵੀ ਕਹਿ ਦਿੰਦੇ ਸਾਡੇ ਕੋਲ ਕੇਸ, ਸਾਡੇ ਕੋਲ ਲੈ ਕੇ ਆਓ, ਸਾਡੇ ਕੋਲ ਕੇਸ ਲੈ ਕੇ ਆਓ। ਤੇ ਜਨਵਰੀ ਤੱਕ ਉਹ ਮੇਰੇ ਸਾਲੇ ਦੇ ਨਾਂ ਤੇ ਜ਼ਮੀਨ ਬੋਲਦੀ ਸੀ, ਤੇ ਹੁਣ ਮੈਂ ਇੱਥੇ ਆ ਕੇ ਉਹ ਸਾਈਨ ਜਿਹੜੇ ਹੈਗੇ ਆ ਉਹ ਟੈਸਟ ਕਰਵਾਏ ਹੈਗੇ ਆ, ਤੇ ਉਹ ਤਿੰਨੇ ਸਾਈਨ ਜਿਹੜੇ ਇਕਰਾਰਨਾਮੇ ਦੇ ਉੱਤੇ ਹੈ ਉਹ ਝੂਠੇ ਹੈਗੇ ਆ, 3 ਦੇ 3। ਤੇ ਅਸਲੀ ਇਕਰਾਰਨਾਮਾ ਮੈਂ ਉਹ ਜਨਵਰੀ 7 ਨੂੰ ਆਪਣੇ ਇੱਥੇ ਰਿਪੋਰਟ ਤੁਹਾਡੇ ਵਾਸਤੇ ਬਣਾ ਕੇ ਭੇਜੀ ਸੀਗੀ ਤੇ ਪਾਸੀ ਸਾਹਿਬ ਨੂੰ, ਤੇ
ਉਹਦੇ ਬਾਰੇ ਪਤਾ ਕਰਨਾ ਸੀਗਾ ਜੀ। ਉਹ ਤੁਹਾਡੇ ਕੋਲ ਮੈਂ ਕਿਹਾ ਸ਼ਾਇਦ ਮਿਲ ਗਈ ਹੋਵੇਗੀ। ਤੁਹਾਨੂੰ ਆਇਆ ਹੁਣ ਕੋਈ ਨਾ ਕੋਈ? ਨਹੀਂ, ਕੋਈ ਅਜੇ ਤੱਕ ਜਵਾਬ ਨਹੀਂ ਆਇਆ ਜੀ। ਕਿਸੇ ਨੂੰ ਮਾਰ ਹੋਈ ਹੈ? ਭੇਜੀ ਸੀ, ਮੈਂ ਰਿਮਾਈਂਡ ਵੀ ਕਰਵਾਇਆ ਸੀ ਬਾਸੀ ਸਾਹਿਬ ਨੂੰ। ਕਦੋਂ ਭੇਜੀ ਸੀਗੀ ਤੁਸੀਂ? ਇਹ ਜਨਵਰੀ 7 2001 ਨੂੰ। 2021 ਬਸ ਸਾਹਿਬ ਕਾਈਂਡਲੀ ਚੈੱਕ ਕਰਾ ਕੇ ਇਹਨਾਂ ਨੂੰ ਪਤਾ ਕਰਿਓ। ਜੀ ਹਾਂ, ਆਪਣੇ ਕੀ ਨਾਮ ਨਾਲ ਮਾਰਕ ਹੋਈ ਹੋਣੀ ਕੀ? ਹਾਂਜੀ, ਇੱਕ ਸੈਕਿੰਡ ਸਰ, ਇੱਕ ਸੈਕਿੰਡ ਸਾਹਿਬ। ਹਰਜੰਗ ਰੰਗੀ ਇਹਨਾਂ ਦਾ ਨਾਮ ਹੈ ਜੀ। ਮਨਜਿੰਦਰ ਸਿੰਘ ਰੰਗੀ ਹੈ ਜੀ ਮੇਰਾ ਨਾਮ। ਤੁਸੀਂ ਕਿਹੜੇ ਸਿਟੀ ਚ ਰਹਿੰਦੇ ਹੋ ਸਰ? ਮੈਂ ਇੱਥੇ ਟਾਊਨ ਹੈ ਜੀ, ਛੋਟਾ ਜਿਹਾ ਉੱਥੇ ਨਾਰਥ ਵੈਸਟ ਸਾਈਡ ਤੇ ਬ੍ਰੈਂਪਟਨ। ਨੋਨ ਬਿਟਾਕੀ ਮੋਡ ਕੈਨੇਡਾ ਚ ਹੋ ਨਾ ਤੁਸੀਂ? ਹਾਂ, ਕੈਨੇਡਾ ਚ ਜੀ। ਹਾਂਜੀ ਠੀਕ ਹੈ। ਆਪਾਂ ਮੈਂ ਸਟਾਫ ਨੂੰ ਬੇਨਤੀ ਕਰਾਂਗਾ ਕਿ ਚੈੱਕ ਕਰਕੇ ਅਸੀਂ ਤੁਹਾਡੇ ਨਾਲ ਕੱਲ ਨੂੰ ਗੱਲਬਾਤ ਕਰਾਂਗੇ, ਔਰ ਜੇ ਅੱਜ ਨਹੀਂ ਤਾਂ ਕੱਲ ਨੂੰ ਤੁਹਾਨੂੰ ਫੋਨ ਜ਼ਰੂਰ ਆਊਗਾ ਮੇਰੇ ਆਫਿਸ ਵਿੱਚੋਂ। ਠੀਕ ਹੈ, ਮਿਹਰਬਾਨੀ ਜੀ। ਕਿਉਂਕਿ ਤੁਸੀਂ ਫੋਲੋ ਨਹੀਂ ਕਰਦੇ, ਤੁਸੀਂ ਪ੍ਰੋਪਰ ਆਪਣੀ ਈਮੇਲ ਨਹੀਂ ਦਿੰਦੇ ਪੁਲਿਸ ਅਫਸਰ ਸਹਿਬਾਨ ਨੂੰ, ਤੁਸੀਂ ਉਹਨਾਂ ਨਾਲ ਤਾਲਮੇਲ ਨਹੀਂ ਕਰਦੇ, ਤਾਂ ਉਹ ਫਿਰ ਕੁਝ ਸਮੇਂ ਬਾਅਦ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਉਹ ਬੰਦ ਕਰ ਦਿੱਤੀ ਜਾਂਦੀ ਹੈ। ਤੁਸੀਂ ਸੰਪਰਕ ਵਿੱਚ ਰਹਿੰਦੇ ਪੁਲਿਸ ਅਫਸਰ ਦੇ, ਔਰ ਪੁਲਿਸ ਅਫਸਰ ਸਹਿਬਾਨ ਦੇ ਵੱਲੋਂ ਤੁਹਾਨੂੰ ਈਮੇਲ ਆਉਂਦੀ ਹੈ ਜਿਹੜੀ ਕਿ ਆਈ ਸੀ ਈਮੇਲ ਮੈਨੂੰ ਯਾਦ ਹੈ, ਤੇ ਉਸ ਤੋਂ ਬਾਅਦ ਤੁਸੀਂ ਫੋਲੋ ਨਹੀਂ ਕਰਦੇ। ਕਸੂਰ ਤੁਹਾਡਾ ਆ, ਪੁਲਿਸ ਅਫਸਰ ਸਹਿਬਾਨ ਦਾ ਸਾਡੇ ਦਫ਼ਤਰ ਦਾ ਨਹੀਂ। ਰਿਮਾਈਂਡ ਵਾਸੀ ਸਾਹਿਬ ਕਰਾਇਆ ਸੀ, ਹੁਣ ਮੈਨੂੰ ਪਤਾ ਨਹੀਂ ਕਿਉਂਕਿ ਅਸੀਂ ਬਾਰ-ਬਾਰ ਰਿਮਾਈਂਡ, ਤੁਹਾਨੂੰ ਪਤਾ ਕਿ ਅਸੀਂ ਬਿਜ਼ੀ ਆ, ਔਰ ਇੱਕ ਅਸੀਂ ਵੀ ਸੇਵਾ ਲੈ ਰਹੇ ਹਾਂ। ਇੱਕ ਕੋਰਟ ਦੇ ਆਰਡਰ ਨਹੀਂ ਹੈ ਸਾਨੂੰ, ਅਸੀਂ ਇਹ ਕਮਿਊਨਿਟੀ ਸੇਵਾ ਮੈਂ ਸਮਝ ਗਿਆ। ਹਾਂਜੀ ਮੈਂ ਸਮਝ ਗਿਆ। ਤੁਸੀਂ ਜਦੋਂ ਇਹੋ ਜਿਹੇ ਕੇਸ ਹੁੰਦੇ ਆ, ਇਹਨਾਂ ਤੁਸੀਂ ਜ਼ਰੂਰ ਗੱਲ ਕਰਿਆ ਕਰੋ। ਔਰ ਸਾਡੇ ਪਾਸ ਇੱਕ ਸੀਰੀਅਸ ਕੇਸ ਹੈ ਰੇਪ ਦਾ, ਉਹ ਅਸੀਂ ਸਟੋਰੀ ਨੂੰ ਕਵਰ ਕਰ ਰਹੇ ਹਾਂ। ਡੀਜੀਪੀ ਸਾਹਿਬ ਬੜੀ ਮਿਹਰਬਾਨੀ ਆਪ ਜੀ ਦੀ। ਔਰ ਜਾਣ ਤੋਂ ਪਹਿਲਾਂ ਸਰ, ਜਿਨ੍ਹਾਂ ਨੇ ਈਮੇਲ ਕਰਨੀ ਆਪ ਜੀ ਨੂੰ, ਔਰ ਈਮੇਲ ਵਿੱਚ ਕੀ ਲਿਖਣਾ ਬਹੁਤ ਜ਼ਰੂਰੀ ਹੈ। ਕਈ ਵਾਰ ਲੋਕ ਜੋ ਜ਼ਰੂਰੀ ਹੁੰਦਾ ਲਿਖਣਾ ਉਹ ਲਿਖਦੇ ਨਹੀਂ ਹੈ। ਉਹਦੇ ਬਾਰੇ ਵਿੱਚ ਬੇਨਤੀ ਆਪ ਜੀ ਨੂੰ ਕਿ ਦੱਸਿਆ ਜਾਵੇ ਲੋਕਾਂ ਨੂੰ, ਕਮਿਊਨਿਟੀ ਨੂੰ, ਕਿ ਈਮੇਲ ਲਿਖਣ ਵੇਲੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਜੀ। ਦੇਖੋ, ਈਮੇਲ ਵਿੱਚ ਜਿੱਥੋਂ ਦਾ ਪੰਜਾਬ ਦਾ ਕੋਈ ਵਕੂਆ ਹੈ, ਉਸ ਜਗ੍ਹਾ ਦਾ ਐਗਜ਼ੈਕਟ ਐਡਰੈਸ, ਕਿਸੇ ਪਿੰਡ ਦਾ, ਕਿਸੇ ਮਾਲੀ, ਕਿਸੇ ਜ਼ਮੀਨ ਦੇ ਬਾਰੇ, ਤਾਂ ਕਿ ਪੁਲਿਸ ਨੂੰ ਪਤਾ ਹੋਵੇ, ਕਿਉਂਕਿ ਤਾਂ ਹੀ ਕੰਸਰਨ ਪੁਲਿਸ ਸਟੇਸ਼ਨ ਨੂੰ ਮਾਰਕ ਹੋਏਗਾ ਜਿਹੜਾ ਉਸ ਏਰੀਆ ਦਾ ਹੋਏਗਾ। ਨੰਬਰ 1। ਨੰਬਰ 2, ਆਪਣਾ ਪੂਰਾ ਡਿਟੇਲ, ਆਪਣਾ ਕੰਟੈਕਟ ਨੰਬਰ, ਜੇ ਇੰਡੀਆ 'ਚ ਤੁਹਾਡਾ ਕੋਈ ਬੰਦਾ ਹੈ ਉਸ ਦਾ ਕੰਟੈਕਟ ਨੰਬਰ। ਦੂਜੀ ਗੱਲ ਹੈ, ਜਿਹੜਾ ਵੀ ਇੱਥੋਂ ਕੰਪਲੇਂਟ ਜਾਂਦੀ ਹੈ ਉਸ ਨੂੰ ਕਿਸੇ ਨਾ ਕਿਸੇ ਨੂੰ ਮਾਰਕ ਕੀਤਾ ਜਾਂਦਾ, ਔਰ ਇਹ ਇਨਫੋਰਮੇਸ਼ਨ ਕਨਵੇ ਕੀਤੀ ਜਾਂਦੀ ਹੈ ਤੁਹਾਨੂੰ ਕਿ ਇਸ ਤੁਹਾਡੀ ਕੰਪਲੇਂਟ ਨੂੰ ਫਲਾਣੇ ASI ਨੂੰ ਜਾਂ ਸਬ ਇੰਸਪੈਕਟਰ ਨੂੰ ਮਾਰਕ ਕੀਤਾ ਗਿਆ, ਤੇ ਉਹ ਤੁਹਾਨੂੰ ਕਈ ਵਾਰ ਮੇਲ ਆਉਂਦੀ ਹੈ ਕਿ ਜੀ ਸਾਨੂੰ ਕੰਟੈਕਟ ਕਰੋ ਜਾਂ ਇਹ ਕਰੋ ਉਹ ਕਰੋ। ਉਹ ਤੁਹਾਡਾ ਕੰਮ ਜ਼ਰੂਰੀ ਹੁੰਦਾ ਉਸ ਨੂੰ ਰਿਸਪੌਂਡ ਕਰਨਾ। ਜਿਵੇਂ ਤੁਸੀਂ ਅੱਗੇ ਦੱਸਿਆ ਇੱਕ ਕਾਲਰ ਨੂੰ ਕਿ ਜੇ ਤੁਸੀਂ ਨਹੀਂ ਰਿਸਪੌਂਡ ਕਰੋਗੇ ਤਾਂ ਫਿਰ ਉਹ ਕੇਸ ਫਾਈਲ ਹੋ ਜਾਏਗਾ ਜੀ। ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਡੀਜੀਪੀ ਸਾਹਿਬ, ਆਪ ਜੀ ਤੁਸੀਂ ਆਗਿਆ ਲੈ ਰਹੇ ਹਾਂ। ਥੈਂਕ ਯੂ ਜੀ, ਥੈਂਕ ਯੂ, ਆਲ ਦ ਬੈਸਟ। ਥੈਂਕ ਯੂ।